Please subscribe to our YouTube channel and press the bell icon for the latest updates. Please subscribe to our YouTube channel and press the bell icon for the latest updates. Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਸਾਡੇ ਪਿਆਰੇ ਦਰਸ਼ਕੋ ਪਾਠਕੋ ਅੱਜ ਸਾਡੇ ਅੰਬਰਾਂ ਦੇ ਸਰਨਾਵੇਂ ਪ੍ਰੋਗਰਾਮ 'ਚ ਕਹਾਣੀਕਾਰ ਤ੍ਰਿਪਤਾ ਕੇ ਸਿੰਘ ਜਿਨ੍ਹਾਂ ਨੇ ਪਿੱਛੇ ਜੇ 2 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਇੱਕ ਦਿਨ ਬੜੀ ਚਰਚਾ 'ਚ ਰਹੀ, ਉਹ ਵੱਖਰੀ ਕਿਸਮ ਦੀ ਕਹਾਣੀ ਲਿਖਦੇ ਹਨ ਤੇ ਵੱਖਰੀ ਗੱਲ ਕਰਦੇ ਹਨ, ਗੱਲ ਦੀ ਤਹਿ ਵਿੱਚ ਪਈ ਗੱਲ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਅੱਜ ਸਾਡੇ ਸਟੂਡੀਓ 'ਚ ਉਹ ਤ੍ਰਿਪਤਾ ਕੇ ਸਿੰਘ ਜੀ ਆਏ ਨੇ। ਤੁਹਾਡਾ ਤ੍ਰਿਪਤਾ ਜੀ ਬਹੁਤ ਬਹੁਤ ਸਵਾਗਤ ਹੈ ਇੱਥੇ ਆਉਣ ਤੇ। ਸ਼ੁਕਰੀਆ ਜੀ, ਬਹੁਤ ਬਹੁਤ ਵਿਸ਼ਾਲ ਜੀ, ਤੁਸੀਂ ਅੰਬਰਾਂ ਦੇ ਸਰਨਾਵੇਂ ਵਰਗੇ ਪ੍ਰੋਗਰਾਮ ਦੇ ਵਿੱਚ ਮੈਨੂੰ ਇਨਵਾਈਟ ਕੀਤਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਥੇ ਆ ਕੇ ਮੈਂ ਆਪਣੇ ਆਪ ਨੂੰ ਬਹੁਤ ਸਨਮਾਨਿਤ ਮਹਿਸੂਸ ਕਰ ਰਹੀ ਹਾਂ ਕਿ ਐਡਾ ਵੱਡਾ ਪ੍ਰੋਗਰਾਮ ਜਿਹੜਾ ਤੁਸੀਂ ਆਰਗੇਨਾਈਜ਼ ਕਰ ਰਹੇ ਹੋ, ਬਹੁਤ ਚੰਗਾ ਲੱਗ ਰਿਹਾ ਇੱਥੇ ਆ ਕੇ। ਥੈਂਕ ਯੂ ਤ੍ਰਿਪਤਾ ਜੀ। ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡਾ ਸੱਦਾ ਕਬੂਲ ਕਰਕੇ ਇੱਥੇ ਆਏ। ਤੁਸੀਂ ਇੰਨੀਆਂ ਜਾਨਦਾਰ ਕਹਾਣੀਆਂ ਦਿੱਤੀਆਂ। ਅੱਜ ਆਪਾਂ ਕਹਾਣੀ ਬਾਰੇ, ਤੁਹਾਡੀ ਜ਼ਿੰਦਗੀ ਬਾਰੇ, ਕਹਾਣੀ ਦੇ ਪਾਤਰਾਂ ਬਾਰੇ ਗੱਲਬਾਤ ਕਰਾਂਗੇ। ਸਾਡੇ ਦਰਸ਼ਕ ਸੁਣਨਗੇ, ਅਸੀਂ ਸੁਣਾਂਗੇ। ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗਾ ਤੇ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਗੇ ਕਿ ਜਿਹੜਾ ਆਪਣਾ ਪਰਿਵਾਰਕ ਪਿਛੋਕੜ ਆ ਤ੍ਰਿਪਤਾ ਕੇ ਸਿੰਘ ਦਾ, ਉਹਦੇ ਬਾਰੇ ਤੁਸੀਂ ਚਾਨਣਾ ਪਾਓ, ਗੱਲਬਾਤ ਕਰੋ ਜੀ। ਵਿਸ਼ਾਲ ਜੀ, ਜੇ ਮੈਂ ਪਿੱਛੇ ਨੂੰ ਝਾਤੀ ਮਾਰਾਂ ਆਪਣੀ ਲਾਈਫ ਦੇ, ਬਹੁਤ ਬਚਪਨ 'ਚ ਮੈਂ ਅਗਰ ਚਲੇ ਜਾਵਾਂ ਤਾਂ ਬਚਪਨ ਜਿੱਦਾਂ ਆਮ ਬੱਚਿਆਂ ਦਾ ਹੁੰਦਾ ਆ, ਮੇਰਾ ਬਚਪਨ ਉਸ ਤਰ੍ਹਾਂ ਦਾ ਨਹੀਂ ਸੀਗਾ। ਮੈਂ ਸਿੰਗਲ ਮਦਰ ਨੇ ਮੈਨੂੰ ਮੇਰੀ ਅਪਬ੍ਰਿੰਗਿੰਗ ਕੀਤੀ ਹੈ। ਕੁਛ ਇੱਕ ਚੀਜ਼ਾਂ ਕਹਿ ਲਓ ਕਿ ਉਹਨਾਂ ਦਾ ਇੰਪੈਕਟ ਸਾਰੀ ਉਮਰ ਮੇਰੀ ਜ਼ਿੰਦਗੀ 'ਤੇ ਰਿਹਾ ਆ, ਕਿ ਜੋ ਮੈਂ ਬਚਪਨ ਦੇ ਵਿੱਚ ਦੇਖਿਆ ਹੰਡਾਇਆ, ਇੱਕ ਮਦਰ ਦਾ ਸੰਘਰਸ਼ ਔਰ ਉਹਨਾਂ ਦੀ ਮੇਰੇ ਲਈ ਅਪਬ੍ਰਿੰਗਿੰਗ ਜੋ ਉਹਨਾਂ ਨੇ ਕੀਤਾ ਮੇਰੇ ਲਈ, ਉਹ ਸਭ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਅੰਦਰ ਬੀਜ ਬਣ ਕੇ ਮੇਰੇ ਉਹ ਪਈਆਂ ਰਹੀਆਂ। ਤੇ ਸ਼ਾਇਦ ਉਹ ਸਭ ਚੀਜ਼ਾਂ ਹੀ ਕਿਤੇ ਨਾ ਕਿਤੇ ਅੰਕੁਰ ਸੀਗੇ, ਉਹ ਫੁੱਟੇ ਬਾਅਦ ਵਿੱਚ, ਬਹੁਤ ਲੰਬੇ ਸਮੇਂ ਬਾਅਦ ਜਾ ਕੇ ਉਹ ਕਹਾਣੀ ਦੇ ਵਿੱਚ ਆਏ। ਤੇ ਇਹ ਮੈਂ ਜਿਹੜੇ ਬਚਪਨ ਦੇ ਵਿੱਚ ਜਿਹੜੀ ਇਹ ਕੱਲ ਹੰਡਾਈ ਹੈ, ਉਹ ਵੀ ਕਿਤੇ ਨਾ ਕਿਤੇ ਮੇਰੇ ਜ਼ਿੰਦਗੀ ਨੂੰ ਨੇ ਪ੍ਰਭਾਵਿਤ ਕੀਤਾ ਹੈ। ਤੇ ਇਹ ਮੇਰਾ ਸ਼ੁਰੂਆਤੀ ਦੌਰ ਜਿਹੜਾ ਕਹਿ ਲਓ ਕਿ ਇੱਕ ਚੁੱਪ ਲੜਕੀ ਦਾ ਰਿਹਾ ਆ। ਮੈਂ ਬਹੁਤ ਚੁੱਪ ਰਹਿੰਦੀ ਸੀ, ਇਕੱਲੀ ਰਹਿੰਦੀ ਸੀ। ਤੇ ਇਕੱਲੀ ਰਹਿਣ ਕਰਕੇ ਜਿਹੜੀਆਂ ਸੋਚਾਂ ਮੇਰੇ ਦਿਮਾਗ 'ਚ ਕਈ ਤਰ੍ਹਾਂ ਦੀਆਂ ਆਉਂਦੀਆਂ ਸੀਗੀਆਂ। ਆਮ ਬੱਚੇ ਜਿਸ ਤਰ੍ਹਾਂ ਜਾਂ ਆਮ ਲੜਕੀਆਂ ਜਿਸ ਤਰ੍ਹਾਂ ਰਹਿੰਦੀਆਂ ਆ, ਕਰਦੀਆਂ ਆ, ਉਸ ਤਰ੍ਹਾਂ ਦਾ ਮੈਂ ਬਚਪਨ ਨਹੀਂ ਹੰਡਾਇਆ ਹੈਗਾ। ਤੇ ਇਹ ਮੇਰੀ ਸ਼ੁਰੂਆਤੀ ਜਿਹੜਾ ਮੇਰਾ ਸੀਗਾ ਦੌਰ। ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਹੌਲੀ ਹੌਲੀ ਵੱਡੀ ਹੋਈ, ਮੇਰੀ ਪੜ੍ਹਾਈ ਲਿਖਾਈ ਹੋਈ, ਮੈਂ ਜੌਬ 'ਚ ਆਈ, ਫਿਰ ਮੇਰੀ ਸ਼ਾਦੀ ਹੋਈ, ਫਿਰ ਮੈਂ ਲਿਟਰੇਚਰ ਨਾਲ ਜੁੜੀ। ਤੇ ਲਿਖਣਾ ਮੈਂ ਬਹੁਤ ਲੰਬੇ ਸਮੇਂ ਬਾਅਦ ਸ਼ੁਰੂ ਕੀਤਾ। ਬਚਪਨ ਤੋਂ ਹੀ ਪੜ੍ਹਨ ਵੱਲ ਮੈਂ ਰੁਚਿਤ ਹੋ ਗਈ ਸੀ। ਜਦੋਂ ਮੈਂ ਇਕੱਲੀ ਹੁੰਦੀ ਸੀ ਤੇ ਉਹਦੇ ਮੇਰੀ ਪੜ੍ਹਨ ਵੱਲ ਰੁਚੀ ਹੋ ਗਈ ਸੀ। ਮੈਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਪੜ੍ਹਨ ਵੱਲ ਰੁਚਿਤ ਕਿਉਂ ਹੋਈ ਹਾਂ। ਕਿ ਮੈਂ ਅੱਗੇ ਵੀ ਬਹੁਤ ਵਾਰੀ ਇਹ ਗੱਲ ਸਾਂਝੀ ਕੀਤੀ ਹੈ ਕਿ ਸਾਡੇ ਖਾਨਦਾਨ ਦੇ ਵਿੱਚ ਮਤਲਬ ਇੰਨਾ ਪੜ੍ਹਿਆ ਲਿਖਿਆ ਨਹੀਂ ਸੀਗਾ।
ਅਖਬਾਰ ਵੀ ਕਿਤੇ ਗੁਆਂਢੀਆਂ ਦੇ ਘਰੋਂ ਹੀ ਲਿਆ ਕੇ ਅਸੀਂ ਪੜ੍ਹੀ ਦੀ ਸੀਗੀ, ਉਹ ਵੀ ਕਿਤੇ ਕਿਦਾਈ, ਉਹ ਵੀ ਮੈਨੂੰ ਹੀ ਸ਼ੌਕ ਹੁੰਦਾ ਸੀਗਾ। ਤੇ ਉਹ ਹੌਲੀ ਹੌਲੀ ਸ਼ੌਕ ਜਾਂ ਕਹਿ ਲਓ ਕਿ ਇਨਬਿਲਟ ਸੀਗਾ ਕੋਈ ਚੀਜ਼ ਇਸ ਤਰ੍ਹਾਂ ਦੀ, ਜਾਂ ਹਾਲਾਤਾਂ ਨੇ ਇਸ ਤਰ੍ਹਾਂ ਦਾ ਮੈਨੂੰ ਬਣਾ ਦਿੱਤਾ ਕਿ ਮੈਂ ਸਵੈ ਨਾਲ ਗੱਲਾਂ ਕਰਨ ਲੱਗ ਪਈ। ਆਪਣੇ ਆਪ ਨਾਲ ਜਿਹੜੀਆਂ ਮੈਂ ਗੱਲਾਂ ਕਰਦੀ ਸੀ ਉਹ ਬਾਅਦ ਵਿੱਚ ਕਿਤੇ ਜਾ ਕੇ ਫਿਰ ਉਹ ਕਹਾਣੀਆਂ ਦੇ ਰੂਪ ਦੇ ਵਿੱਚ ਜਿਹੜੀਆਂ ਉਹ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ। ਤ੍ਰਿਪਤਾ ਜੀ, ਮੈਂ ਪਿਛਲੇ ਦਿਨਾਂ 'ਚ ਪੜ੍ਹ ਰਿਹਾ ਸੀਗਾ ਤੁਹਾਡਾ ਕਿਤੇ ਸਿਰਜਣਾ ਪ੍ਰਕਿਰਿਆ ਬਾਰੇ ਲਿਖਿਆ ਹੋਇਆ ਕਿ ਮੈਂ ਛੋਟੀ ਹੁੰਦੀ ਬੜੀ ਦੱਬੂ ਜੀ ਸੀ, ਮਤਲਬ ਜਿੱਦਾਂ ਤੁਸੀਂ ਆਪਣੇ ਹਾਲਾਤਾਂ ਦਾ ਜ਼ਿਕਰ ਕੀਤਾ ਪਹਿਲਾਂ, ਤੇ ਉਹ ਜਿਹੜੀ ਦੱਬੂ ਕੁੜੀ ਸੀਗੀ ਮਤਲਬ ਜੀ, ਉਹ ਇੰਨੀ ਦਬੰਗ ਕਹਾਣੀਕਾਰ ਜਿੱਦਾਂ ਤੁਹਾਡੇ ਪਾਤਰਾਂ ਨੂੰ ਮਿਲਦੇ ਆ, ਕਹਾਣੀਆਂ ਪੜ੍ਹਦੇ ਆ, ਉਹਦੇ ਪਿੱਛੇ ਮਤਲਬ ਉਹ ਦੱਬੂ ਤੋਂ ਦਬੰਗ ਤੱਕ ਜਿਹੜਾ ਸਫ਼ਰ ਸੀ ਉਹ ਕਿੱਦਾਂ ਦਾ ਸਫ਼ਰ ਆ? ਜੀ ਵਿਸ਼ਾਲ ਜੀ, ਜਿੱਦਾਂ ਮੈਂ ਦੱਸਿਆ ਕਿ ਸਰਕਮਸਟੈਂਸਸ, ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਮੈਂ ਇੱਕ ਦੱਬੂ ਕਿਸਮ ਦੀ ਲੜਕੀ ਸੀਗੀ। ਔਰ ਕੋਈ ਵੀ ਇਨਸਾਨ ਆ ਜਿੱਦਾਂ ਦੇ ਹਾਲਾਤਾਂ 'ਚ ਮੈਂ ਰਹੀ ਹਾਂ, ਅਗਰ ਉਹ ਰਹਿੰਦਾ ਤੇ ਉਹ ਚੀਜ਼ਾਂ ਇਕੱਠੀਆਂ ਹੁੰਦੀਆਂ ਅੰਦਰ ਗੱਲਾਂ ਇਕੱਠੀਆਂ ਹੁੰਦੀਆਂ ਸੀ। ਜਿੱਦਾਂ ਦੇ ਹਾਲਾਤ ਮੈਂ ਦੇਖ ਰਹੀ ਸੀ, ਉਹ ਚਾਹੇ ਹਾਲਾਤ ਫਾਈਨੈਂਸ਼ੀਅਲ ਸੀ, ਸਮਾਜਿਕ ਸੀ, ਰਿਸ਼ਤੇਦਾਰੀਆਂ ਸੀ, ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਸੀਗੀਆਂ ਜਿਹੜੀਆਂ ਕਿ ਮੇਰੇ ਅੰਦਰ ਜਮ੍ਹਾਂ ਹੁੰਦੀਆਂ ਗਈਆਂ। ਜਿੱਦਾਂ ਦਾ ਮੈਂ ਦੇਖ ਰਹੀ ਸੀ ਕਿ ਆਲਾ ਦੁਆਲਾ ਕਿਸ ਤਰ੍ਹਾਂ ਦਾ ਆ, ਕਿ ਅਗਰ ਇੱਕ ਸਿੰਗਲ ਮਦਰ ਇੱਕ ਲੜਕੀ ਨੂੰ ਪਾਲ ਪੋਸ ਰਹੀ ਹੈ ਤੇ ਉਹਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਉਸੇ ਤਰ੍ਹਾਂ ਉਸ ਲੜਕੀ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸਮਾਜ 'ਚ ਰਹਿੰਦਿਆਂ। ਸਾਡਾ ਸਮਾਜ ਜਿਹੜਾ ਹੈ, ਜਿਹਦੇ ਬਾਰੇ ਤੁਸੀਂ ਜਾਣਦੇ ਹੀ ਹੈਗੇ ਹੋ ਕਿ ਅਗਰ ਕੱਲੀ ਔਰਤ ਹੈ, ਅੱਗੋਂ ਉਹਦੀ ਕੱਲੀ ਲੜਕੀ ਹੈ, ਤੇ ਉਹਦੇ ਹਾਲਾਤ ਆਮ ਔਰਤਾਂ ਨਾਲੋਂ ਬਿਲਕੁਲ ਅਲੱਗ ਹੁੰਦੇ ਆ। ਤੇ ਉਹ ਸਭ ਚੀਜ਼ਾਂ ਮੈਂ ਦੇਖੀਆਂ, ਚੱਲੀਆਂ ਆਪਣੇ ਸਾਹਮਣੇ। ਤੇ ਉਹ ਸਭ ਚੀਜ਼ਾਂ ਜਦੋਂ ਅੱਗੇ ਜਾ ਕੇ, ਜਦੋਂ ਮੈਂ ਫਿਰ ਵੱਡੀ ਹੋਈ, ਜਦੋਂ ਮੇਰੀ ਸਮਝ ਵਿਕਸਿਤ ਹੋਈ, ਔਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਜਿਹੜੀ ਸਮਝ ਹੈ ਉਹ ਜਿੱਦਾਂ ਇੱਕ ਉਮਰ ਤੋਂ ਪਹਿਲਾਂ ਹੀ, ਸਮੇਂ ਤੋਂ ਪਹਿਲਾਂ ਹੀ, ਜਿਸ ਤਰ੍ਹਾਂ ਕਿ ਚੇਤਨ ਹੋ ਜਾਣਾ, ਇੱਕ ਬਚਪਨਾ ਹੁੰਦਾ ਆ, ਹੁੰਦੜੇਲ ਉਮਰ ਹੁੰਦੀ ਹੈ, ਉਹ ਸ਼ਾਇਦ ਉਹ ਮੇਰੇ ਸਾਈਡ ਬਾਏ ਹੋ ਕੇ ਨਿਕਲ ਗਈ ਕਿਸੇ ਪਾਸਿਓਂ ਦੀ। ਕਈ ਲੜਕੀਆਂ ਕਹਿੰਦੀਆਂ ਮੇਰਾ 16ਵਾਂ ਵਰਾ, ਕੋਈ 17ਵਾਂ ਵਰਾ, ਪਰ ਮੈਨੂੰ ਏਦਾਂ ਲੱਗਦਾ ਹੈ ਕਿ ਮੈਂ ਸਿੱਧੀ ਜੰਪ ਮਾਰ ਕੇ ਮਤਲਬ ਕਿ ਅੱਗੇ ਨਿਕਲ ਗਈ। ਸਮੇਂ ਤੋਂ ਪਹਿਲਾਂ ਜ਼ਿਆਦਾ ਹੀ ਮਤਲਬ ਕਿ ਮੈਂ ਉਹ ਸਮਝਣ ਲੱਗ ਪਈ ਚੀਜ਼ਾਂ ਨੂੰ, ਜਿਹੜੀਆਂ ਕਿ ਮੈਨੂੰ ਬਹੁਤ ਬਾਅਦ ਵਿੱਚ ਸਮਝਣੀਆਂ ਚਾਹੀਦੀਆਂ ਸੀ, ਉਹ ਮੈਂ ਸਮੇਂ ਤੋਂ ਪਹਿਲਾਂ ਸਮਝ ਲਈਆਂ। ਉਹ ਸਭ ਚੀਜ਼ਾਂ ਨੂੰ ਸਮਝਣਾ, ਕਰਨਾ, ਮੇਰੀ ਇਕੱਲਤਾ ਨੇ ਵੀ ਕਿਤੇ ਨਾ ਕਿਤੇ ਰੋਲ ਅਦਾ ਕੀਤਾ। ਮੈਨੂੰ ਸਾਹਿਤ ਨਾਲ ਜੋੜਿਆ। ਹੌਲੀ ਹੌਲੀ ਮੈਂ ਪੜ੍ਹਨਾ ਸ਼ੁਰੂ ਕੀਤਾ ਜਦੋਂ, ਤੇ ਮੈਨੂੰ ਉਹ ਸਭ ਚੀਜ਼ਾਂ ਫਿਰ ਜਿਹੜੀਆਂ ਮੈਂ ਦੇਖੀਆਂ ਸੀਗੀਆਂ, ਮੈਂ ਹੰਡਾਈਆਂ ਸੀਗੀਆਂ, ਆਲਾ ਦੁਆਲਾ ਦੇਖਿਆ ਸੀ, ਉਹ ਹੌਲੀ ਹੌਲੀ ਜਿੱਦਾਂ ਤੁਸੀਂ ਕਿਹਾ ਹੈ ਕਿ ਦੱਬੂ ਕੁੜੀ ਜਿਹੜੀ ਹੈ ਦਬੰਗ ਹੋ ਗਈ। ਉਹਦਾ ਫਿਰ ਜਦੋਂ ਉਹਨੂੰ ਮੌਕਾ ਮਿਲਿਆ ਤਾਂ ਫਿਰ ਉਹ ਉੱਭਰ ਕੇ ਆਪਣੀਆਂ ਗੱਲਾਂ ਰੱਖਣ ਲੱਗ ਪਈ ਸਭ ਦੇ ਸਾਹਮਣੇ ਕਿ ਚੀਜ਼ਾਂ ਐਦਾਂ ਨਹੀਂ, ਐਦਾਂ ਵੀ ਹੁੰਦੀਆਂ। ਤੁਹਾਡੀ ਤ੍ਰਿਪਤਾ ਜੀ ਜਿਹੜੀ ਕਹਾਣੀ ਦਾ ਜਿਹੜਾ ਮਰਦ ਪਾਤਰ ਹੈ ਜੀ, ਉਹ ਬੜਾ ਦੰਭੀ ਆ। ਮੈਂ ਪਿਛਲੇ ਦਿਨਾਂ 'ਚ ਵੀ ਜੀ ਕਹਾਣੀਆਂ ਪੜ੍ਹ ਰਿਹਾ ਸੀਗਾ, ਤੇ ਜਿਹੜੀ ਔਰਤ ਹੈ ਜੀ ਉਹਦੇ ਵਿੱਚ ਜਿਹੜੀ ਕਹਾਣੀ ਦੇ ਸਾਹਮਣੇ ਆਉਂਦੀ ਆ, ਜਿਹੜਾ ਡਾਇਲੌਗ ਕਰਦੀ ਆ, ਸੰਵਾਦ ਕਰਦੀ ਆ, ਉਹ ਉਹਦੇ ਦੰਭ ਤੇ ਵੀ ਫਇਆ ਰੱਖਦੀ ਆ ਜੀ। ਉਹ ਇਹ ਸਮਾਜ ਵਿੱਚ ਕਿਤੇ ਵਾਪਰ ਰਿਹਾ ਕਿ ਉਹ ਤ੍ਰਿਪਤਾ ਦੇ ਮਨ ਦੀ ਔਰਤ ਹੈ ਕੋਈ? ਬਹੁਤ ਅੱਛਾ ਸਵਾਲ ਕੀਤਾ ਤੁਸੀਂ। ਜਦੋਂ ਵੀ ਕੋਈ ਔਰਤ ਲੇਖਿਕਾ ਕੋਈ ਵੀ ਗੱਲ ਲਿਖਦੀ ਹੈ, ਸਭ ਤੋਂ ਪਹਿਲਾਂ ਇਹੀ ਸਵਾਲ ਸਭ ਦੇ ਪੜ੍ਹਨ ਵਾਲੇ ਦੇ ਮਨ ਵਿੱਚ ਆਉਂਦਾ ਹੈ ਕਿ ਇਹ ਸ਼ੁਰੂਆਤੀ ਦੌਰ ਦੇ ਵਿੱਚ, ਹੌਲੀ ਹੌਲੀ ਸ਼ਾਇਦ ਇਹ ਚੀਜ਼ਾਂ ਪਾਠਕ ਦੇ ਮਨ ਤੋਂ ਸਾਈਡ ਬਾਏ ਹੋ ਜਾਣ, ਪਰ ਸ਼ੁਰੂ ਦੇ ਵਿੱਚ ਹਰ ਪਾਠਕ ਇਹ ਸੋਚਦਾ ਹੈ ਕਿ ਸ਼ਾਇਦ ਇਹ ਤ੍ਰਿਪਤਾ ਦੀ ਕਹਾਣੀ ਹੋਏਗੀ, ਸ਼ਾਇਦ ਇਹ ਤ੍ਰਿਪਤਾ ਦਾ ਹੀ ਹੰਡਿਆ ਵਰਤਿਆ ਵਾਕਿਆ ਹੋਏਗਾ, ਪਰ ਇਸ ਤਰ੍ਹਾਂ ਨਹੀਂ ਹੈ। ਮੈਂ ਸਮਝਦੀ ਹਾਂ ਕਿ ਮੈਂ ਜੋ ਕੁਝ ਦੇਖਦੀ ਹਾਂ ਵਾਪਰਦਾ ਹੈ ਜੋ ਸਾਡੇ ਸਮਾਜ ਦੇ ਵਿੱਚ, ਇਹ ਉਸੇ ਦਾ ਹੀ ਰੂਪ ਹੁੰਦਾ ਆ। ਕੋਈ ਸਿੱਧਾ ਮੇਰੀਆਂ ਨਹੀਂ ਗੱਲਾਂ ਹੁੰਦੀਆਂ। ਜੋ ਸਮਾਜ ਦੇ ਵਿੱਚ ਸਾਡੀ ਔਰਤ ਜਿਹੜੀ ਹੈਗੀ ਆ ਉਹ ਭੋਗੀ ਹੈ, ਉਹ ਜੋ ਭੋਗ ਰਹੀ ਹੈ, ਜਾਂ ਮਰਦ ਦਾ ਦ੍ਰਿਸ਼ ਜਿਸ ਤਰ੍ਹਾਂ ਦਾ ਮੈਂ ਦੇਖਿਆ ਆਪਣੇ ਅੱਖਾਂ ਦੇ ਨਾਲ, ਉਹ ਹੀ ਮੇਰੀਆਂ ਕਹਾਣੀਆਂ ਦੇ ਵਿੱਚ ਆਇਆ ਹੈਗਾ ਆ। ਲੇਖਕ ਜਿਹੜਾ ਹੁੰਦਾ ਉਹ ਆਮ ਲੋਕਾਂ ਨਾਲੋਂ ਹਟ ਕੇ ਹੁੰਦਾ, ਥੋੜਾ ਜਿਹਾ ਸੰਵੇਦਨਸ਼ੀਲ ਹੁੰਦਾ ਆ। ਲੇਖਕ ਲਈ ਉਹਦੇ ਪਿੱਛੇ ਜੋ ਵਾਪਰ ਰਿਹਾ ਆ ਉਹਦੇ ਕੀ ਕਾਰਨ ਹੈ ਉਹ ਅਸੀਂ ਲੱਭਦੇ ਆ, ਤੇ ਤ੍ਰਿਪਤਾ ਵੀ ਉਹੀ ਕੁਝ ਕਰਦੀ ਹੈ ਤੇ ਉਹਨਾਂ ਨੂੰ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਉਂਦੀ ਹੈ। ਹਾਂ ਤ੍ਰਿਪਤਾ ਜੀ, ਮੈਂ ਜਿਹੜੀ ਤੁਹਾਡੀ ਔਰਤ ਆ ਕਹਾਣੀ ਦੇ ਵਿੱਚ ਜੀ, ਉਹਨੂੰ ਤੁਸੀਂ ਬੜੀ ਖੁੱਲ੍ਹ ਦਿੱਤੀ ਹੋਈ ਆ ਜੀ। ਹੁਣ ਜਿਹੜੀ ਔਰਤ ਨੂੰ ਤੁਸੀਂ ਇੰਨੀ ਖੁੱਲ੍ਹ ਦਿੱਤੀ ਹੈ ਜੀ, ਉਹਦੇ ਬਾਰੇ ਪਾਠਕਾਂ ਤੇ ਜਾਂ ਆਲੋਚਕਾਂ ਦੀ ਕੀ ਰਾਏ ਹੁੰਦੀ ਆ? ਕਿਉਂਕਿ ਪ੍ਰਤੀਕਰਮ ਤਾਂ ਪ੍ਰਗਟ ਹੁੰਦੇ ਹੀ ਹੋਣਗੇ, ਇਹਦੇ ਬਾਰੇ ਤੁਸੀਂ ਕੁਝ ਦੱਸੋ ਵੀ ਕਿਸ ਤਰ੍ਹਾਂ ਪਾਠਕ ਤੁਹਾਡੇ ਨਾਲ ਗੱਲਬਾਤ ਕਰਦੇ ਆ, ਆਲੋਚਕ ਉਹਦੇ ਬਾਰੇ ਕਿਵੇਂ ਲਿਖਦੇ ਆ? ਵਿਸ਼ਾਲ ਜੀ, ਇਸ ਤਰ੍ਹਾਂ ਹੈ ਕਿ ਜਦੋਂ ਵੀ ਮੈਂ ਕਹਾਣੀ ਲਿਖਦੀ ਹਾਂ
ਕਿਸੇ ਵੀ ਸਬਜੈਕਟ ਨੂੰ ਲੈ ਕੇ ਤਾਂ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਬਹੁਤ ਹੀ ਜ਼ਿਆਦਾ ਕਲੀਅਰ ਹੁੰਦੀ ਹਾਂ ਕਿ ਮੈਂ ਕਹਿਣਾ ਕੀ ਚਾਹੁੰਦੀ ਹਾਂ। ਬਹੁਤ ਵਾਰੀ ਮੈਂ ਕਈ ਲੇਖਕ ਜਾਂ ਲੇਖਿਕਾਵਾਂ ਤੋਂ ਇਹ ਗੱਲ ਸੁਣੀ ਹੈ ਕਿ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਸੀ, ਮੈਨੂੰ ਹੁਣ ਉਹਦਾ ਐਂਡ ਨਹੀਂ ਹੋ ਰਿਹਾ, ਹੁਣ ਮੈਂ ਉਹਦਾ ਐਂਡ ਕਿੱਦਾਂ ਕਰਾਂ, ਮੈਂ ਦੁਵਿਧਾ 'ਚ ਹਾਂ। ਪਰ ਮੇਰੇ ਨਾਲ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਹੈਗਾ। ਮੈਂ ਕਦੀ ਵੀ ਦੁਵਿਧਾ 'ਚ ਨਹੀਂ ਹੁੰਦੀ ਹੈਗੀ। ਮੈਂ ਉਨੀ ਦੇਰ ਤੱਕ ਕਲਮ ਨਹੀਂ ਚੱਕਦੀ ਕਹਾਣੀ ਲਿਖਣ ਲਈ ਜਦ ਤੱਕ ਕਿ ਮੈਂ ਖੁਦ ਅੰਦਰੋਂ ਕਿਸੇ ਵੀ ਸਬਜੈਕਟ ਨੂੰ ਲੈ ਕੇ ਕਲੀਅਰ ਨਾ ਹੋਵਾਂ। ਬਿਲਕੁਲ ਮੇਰਾ ਪਾਤਰ ਬਿਲਕੁਲ ਕਲੀਅਰ ਹੁੰਦਾ ਆ, ਬਿਲਕੁਲ ਮੈਨੂੰ ਪਤਾ ਹੁੰਦਾ ਆ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਤੇ ਪਾਠਕ ਤੱਕ ਕੀ ਪਹੁੰਚਾਉਣਾ ਚਾਹੁੰਦੀ ਹੈਗੀ ਹਾਂ। ਤੁਸੀਂ ਗੱਲ ਕਰ ਰਹੇ ਹੋ ਮੇਰੇ ਪਾਤਰਾਂ ਦੀ, ਮੇਰੀਆਂ ਔਰਤ ਪਾਤਰਾਂ ਖੁੱਲ੍ਹ ਲੈਂਦੀਆਂ ਆ। ਪਰ ਤੁਸੀਂ ਅਗਰ ਮੇਰੀਆਂ ਸਾਰੀਆਂ ਕਹਾਣੀਆਂ ਨੂੰ ਪੜ੍ਹੋਗੇ ਤਾਂ ਤੁਸੀਂ ਜਾਣੋਗੇ ਕਿ ਮੇਰੀਆਂ ਔਰਤ ਪਾਤਰਾਂ ਖੁੱਲ੍ਹ ਲੈ ਕੇ ਵੀ ਇੱਕ ਆਪਣੀ ਮਾਣ ਮਰਿਆਦਾ ਨੂੰ ਜਾਣਦੀਆਂ ਆ। ਉਹਨਾਂ ਨੂੰ ਇਹ ਬਿਲਕੁਲ ਪਤਾ ਹੁੰਦਾ ਆ ਕਿ ਉਹ ਖੁੱਲ੍ਹ ਲੈਣੀ ਹੈ ਤੇ ਬਿਲਕੁਲ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਜਿਸ ਸਮਾਜ 'ਚ ਰਹਿਣਾ ਹੈ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਅਸੀਂ ਇਸੇ ਹੀ ਸਮਾਜ 'ਚ ਰਹਿਣਾ ਆ, ਇੱਥੇ ਹੀ ਵਿਚਰਨਾ ਆ। ਖੁੱਲ੍ਹ ਲੈ ਕੇ ਕੋਈ ਅਲੱਗ ਸਮਾਜ ਨਹੀਂ ਅਸੀਂ ਸਿਰਜਣ ਵਾਲੀਆਂ, ਪਰ ਉਹ ਚਾਹੁੰਦੀਆਂ ਆ ਕਿ ਉਹ ਆਪਣੀ ਹੋਣ ਦੀ ਤਲਾਸ਼ ਵਿੱਚ ਹੈ, ਉਹ ਆਪਣੀ ਸਵੈ ਦੀ ਤਲਾਸ਼ ਵਿੱਚ ਹੈ। ਉਸ ਸਵੈ ਦੀ ਤਲਾਸ਼ ਦੇ ਵਿੱਚ ਅਗਰ ਉਹ ਬੋਲਡ ਹੁੰਦੀਆਂ ਆ, ਬੋਲਡਨੈਸ ਦਾ ਅਗਰ ਉਹਨਾਂ ਨੇ ਪੱਲਾ ਫੜਿਆ ਹੈ ਤਾਂ ਉਹ ਮਰਿਆਦਾ ਦਾ ਪੱਲਾ ਵੀ ਨਹੀਂ ਛੱਡਦੀਆਂ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਮੈਂ ਪਿਛਲੇ ਦਿਨਾਂ 'ਚ ਹੀ ਕਹਾਣੀ ਪੜ੍ਹੀ ਸੀਗੀ, ਕੰਧ ਤੇ ਟੰਗਿਆ ਸਕੈਚ ਵਿੱਚ ਮਰਿਆਦਾ ਦੀ ਜਿੱਥੇ ਤੁਸੀਂ ਗੱਲ ਕਰਦੇ ਆ, ਉਹ ਵੀ ਉਹ ਸਿਰ ਚੁੱਕ ਕੇ ਘਰੋਂ ਆਉਂਦੀ ਆ ਤੇ ਸਿਰ ਚੁੱਕ ਕੇ ਹੀ ਉਹ ਘਰ ਵਾਪਸ ਜਾਏਗੀ। ਮੈਨੂੰ ਬਹੁਤ ਖੂਬਸੂਰਤ ਕਹਾਣੀ ਲੱਗੀ। ਮੈਂ ਜਿਹਦੇ ਕਿਤੇ ਮੌਕਾ ਮਿਲਿਆ ਉਸ ਕਹਾਣੀ ਤੇ ਜ਼ਰੂਰ ਕਿਤੇ ਆਰਟ ਫਿਲਮ ਬਣਾਉਣ ਬਾਰੇ ਵੀ ਸੋਚਾਂਗੇ, ਜਿੰਨੀ ਉਹ ਖੂਬਸੂਰਤ ਕਹਾਣੀ ਆ। ਹੁਣ ਸਹੀ ਤੁਸੀਂ ਕਹਿ ਰਹੇ ਹੋ ਕਿ ਜੇ ਔਰਤ ਖੁੱਲ੍ਹ ਲੈ ਰਹੀ ਹੈ ਤੇ ਉਹਨੂੰ ਪਤਾ ਵੀ ਹੈ ਕਿ ਉਹਨੇ ਕਿੱਥੇ ਤੱਕ ਜਾਣਾ ਹੈ, ਉਹਨੂੰ ਆਪਣੀਆਂ ਲਿਮਿਟੇਸ਼ਨਸ ਦਾ ਗਿਆਨ ਆ, ਉਹਨੂੰ ਪਤਾ ਹੈ ਕਿ ਇੱਥੇ ਤੱਕ ਮੇਰੀ ਹੱਦ ਹੈ। ਤੁਸੀਂ ਅਗਰ ਸਾਰੀਆਂ ਕਹਾਣੀਆਂ ਦੀਆਂ ਪਾਤਰਾਂ ਨੂੰ ਦੇਖੋਗੇ ਤਾਂ ਉਹ ਹਵਾ 'ਚ ਨਹੀਂ ਉੱਡਦੀਆਂ, ਉਹਨਾਂ ਦੇ ਪੈਰ ਜ਼ਮੀਨ ਤੇ ਵੀ ਹੁੰਦੇ ਆ। ਅੱਛਾ ਤ੍ਰਿਪਤਾ ਜੀ, ਆਪਾਂ ਜੇ ਅਜੀਤ ਕੌਰ ਜਿਹੜੇ ਪਾਤਰ ਆ, ਜਿਹੜੀ ਔਰਤ ਆ, ਉਹ ਅਕਲਤਾ ਦੀ ਮਾਰੀ ਆ ਜੀ। ਔਰਤ ਆਪਾਂ ਬਹੁਤ ਸਾਰਾ ਉਹਦਾ ਸਾਹਿਤ ਪੜ੍ਹਦੇ ਆ। ਜਿਹੜੀ ਦਲੀਪ ਕੌਰ ਟਿਵਾਣਾ, ਉਹ ਜਿਹੜੀ ਜਗੀਰੂ ਧੌਂਸ ਜਿਹੜੀ ਸਹਿ ਰਹੀ ਆ। ਹੁਣ ਆਪਣੀ ਸਰਗੀ ਦੀ ਜਿਹੜੀ ਔਰਤ ਹੈ ਕਹਾਣੀ ਵਿੱਚ, ਉਹ ਬੜੀ ਮਹਿਫੂਜ਼ ਆ। ਦੀਪਤੀ ਬਬੂਟਾ ਜਦੋਂ ਗੱਲ ਕਰਦੀ ਆਪਣੀ ਕਹਾਣੀ ਦੇ ਵਿੱਚ ਤੇ ਉਹਦੇ ਕੋਲ ਉਹਦੀ ਔਰਤ ਜਿਹੜੀ ਪਾਤਰ, ਉਹਦੇ ਮਨ ਦੇ ਜ਼ਖਮ ਉਹਦੇ ਕੋਲ ਆ। ਤ੍ਰਿਪਤਾ ਕੇ ਸਿੰਘ ਆ, ਇਹਨਾਂ ਸਾਰੇ ਕਹਾਣੀਕਾਰਾਂ ਤੋਂ ਕਿਵੇਂ ਨਵੇਕਲੀ ਆ? ਨਵੇਕਲਾ ਤੇ ਇਹ ਤਾਂ ਪਾਠਕ ਨੇ ਤੈਅ ਕਰਨਾ ਆ। ਤੁਸੀਂ ਲੋਕ ਪੜ੍ਹਦੇ ਹੋ, ਤੁਸੀਂ ਤੈਅ ਕਰਦੇ ਹੋ ਕਿ ਮੇਰੀ ਕਹਾਣੀ ਦੇ ਪਾਤਰ ਜਿਹੜੇ ਆ ਬਾਕੀ ਸਭ ਦੇ ਨਾਲੋਂ ਜਾਂ ਮੇਰੇ ਸਮਕਾਲੀਨ ਨਾਲੋਂ ਅਲੱਗ ਕਿਵੇਂ ਹੈਗੇ ਆ। ਤੁਸੀਂ ਅਜੀਤ ਕੌਰ ਜੀ ਹੋਰਾਂ ਦਾ ਨਾਮ ਲਿਆ, ਬਹੁਤ ਵੱਡੇ ਕਹਾਣੀਕਾਰ ਰਹੇ ਆ। ਦਲੀਪ ਕੌਰ ਟਿਵਾਣਾ ਜੀ ਰਹੇ ਆ। ਜਿਸ ਤਰ੍ਹਾਂ ਦਾ ਸਾਡਾ ਉਸ ਤਰ੍ਹਾਂ ਦਾ ਸਮਾਜਿਕ ਢਾਂਚਾ ਸੀਗਾ, ਉਹਨਾਂ ਨੇ ਉਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ। ਇਸ ਤਰ੍ਹਾਂ ਦੀਆਂ ਮੇਰੀਆਂ ਜਿਹੜੀਆਂ ਕਹਾਣੀਆਂ ਦੀਆਂ ਔਰਤ ਪਾਤਰ ਹੈ ਜਾਂ ਮਰਦ ਪਾਤਰ ਹੈਗੇ ਆ, ਉਹ ਇਸ ਤਰ੍ਹਾਂ ਅਲੱਗ, ਉਹਨਾਂ ਤੋਂ ਅਲੱਗ ਇਸ ਤਰ੍ਹਾਂ ਹੈ ਕਿ ਮੇਰੀ ਔਰਤ ਪਾਤਰ ਜਿਹੜੀ ਹੈ ਜਦੋਂ ਉਹ ਆਪਣੀ ਸਵੈ ਦੀ ਤਲਾਸ਼ ਦੇ ਵਿੱਚ ਹੈਗੀ ਆ ਤੇ ਉਹ ਮਰਦ ਨੂੰ ਮਾੜਾ ਨਹੀਂ ਕਹਿੰਦੀ, ਉਹਨੂੰ ਕੁਝ ਨਹੀਂ ਕਹਿੰਦੀ, ਪਰ ਉਹਦੇ ਅੰਦਰ ਜੋ ਕੁਝ ਵੀ ਹੈ, ਜੇ ਉਹਦੀ ਕਮੀਨਗੀ ਹੈ ਤਾਂ ਉਹ ਵੀ ਉਹਨੂੰ ਅਹਿਸਾਸ ਕਰਵਾ ਦਿੰਦੀ ਹੈ। ਜੇ ਉਹ ਕਿਸੇ ਗਲਤ ਰਾਹ ਤੇ ਪੈ ਰਿਹਾ ਹੈ ਤਾਂ ਵੀ ਉਹਨੂੰ ਅਹਿਸਾਸ ਕਰਵਾ ਦਿੰਦੀ ਆ। ਔਰ ਇੰਨੇ ਬਾਰੀਕ ਔਰ ਸੂਖਮ ਤਰੀਕੇ ਨਾਲ ਅਹਿਸਾਸ ਕਰਾਉਂਦੀ ਹੈ ਕਿ ਮਰਦ ਆਪਣੇ ਆਪ ਮੰਨ ਜਾਂਦਾ ਕਿ ਹਾਂ ਮੈਂ ਗਲਤ ਹਾਂ। ਇਹ ਸਭ ਚੀਜ਼ਾਂ ਜਿਹੜੀਆਂ ਆ, ਇਹ ਮੇਰੀ ਕਹਾਣੀਆਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈਗਾ ਆ ਉਹ ਉਹਨਾਂ ਦੇ ਪਾਤਰਾਂ ਰਾਹੀਂ ਉਜਾਗਰ ਹੁੰਦਾ ਹੈ। ਇਹਦੇ ਵਿੱਚ ਤ੍ਰਿਪਤਾ ਕੁਝ ਆਪਣੇ ਕੋਲੋਂ ਕੁਝ ਨਹੀਂ ਕਹਿੰਦੀ, ਕਿ ਪਾਤਰ ਉਹ ਆਪ ਮੁਹਾਰੇ ਹੋ ਜਾਂਦੇ ਆ। ਉਦੋਂ ਜੋ ਕੁਝ ਕਹਿਣਾ ਚਾਹੁੰਦੇ ਆ ਫਿਰ ਉਹੀ ਕੁਝ ਕਹਿੰਦੇ ਆ। ਮੈਂ ਜ਼ਬਰਦਸਤੀ ਪਾਤਰਾਂ ਦੇ ਮੂੰਹ 'ਚ ਕੋਈ ਗੱਲ ਨਹੀਂ ਪਾਉਂਦੀ। ਇੱਕ ਤ੍ਰਿਪਤਾ ਜੀ, ਇੱਥੇ ਸਵਾਲ ਹੋਰ ਉੱਠਦਾ ਵਾ ਜੀ ਕਿ ਜਿੱਦਾਂ ਘਰ ਦੇ ਵਿੱਚ ਪਾਠਕ ਹੁੰਦੇ ਆ, ਤੁਹਾਡੇ ਬੱਚੇ ਹੋਣ, ਤੁਹਾਡੇ ਹਸਬੈਂਡ ਹੋਣ, ਤੇ ਤੁਸੀਂ ਕਹਾਣੀਆਂ ਲਿਖੀਆਂ, ਠੀਕ ਹੈ, ਉਹ ਜੱਗ ਦੇ ਵਿੱਚ, ਪੰਜਾਬੀ ਸਾਹਿਤ ਵਿੱਚ, ਪੰਜਾਬੀ ਜਗਤ 'ਚ ਉਹ ਕਬੂਲੀਆਂ, ਉਹਨਾਂ ਨੂੰ ਲੋਕ ਪੜ੍ਹਦੇ ਆ, ਉਹਦੇ ਪਾਠਕ ਆ। ਆਪਾਂ ਇਹ ਗੱਲ ਨੂੰ ਸਵੀਕਾਰ ਵੀ ਕਰਦੇ ਆ ਤੇ ਇਸ ਗੱਲ ਤੋਂ ਕਿਸੇ ਵੀ ਰੂਪ 'ਚ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ ਕਿ ਔਰਤ ਭਾਵੇਂ ਕਿਸੇ ਵੀ ਅਹੁਦੇ ਤੇ ਚਲੀ ਜਾਂਦੀ ਹੈ, ਠੀਕ ਹੈ, ਤੇ ਪ੍ਰਧਾਨ ਮਰਦ ਪ੍ਰਧਾਨ ਸਮਾਜ ਫਿਰ ਉੱਥੇ ਖੜਾ ਹੋ ਜਾਂਦਾ। ਹੁਣ ਘਰ ਵਿੱਚ ਮਤਲਬ ਤੁਹਾਡੇ ਪਤੀ ਆ, ਤੁਹਾਡੀਆਂ ਕਹਾਣੀਆਂ ਪੜ੍ਹਦੇ ਹੋਣਗੇ, ਮਤਲਬ ਜਿੱਥੇ ਬੋਲਡ ਔਰਤ ਆ, ਜਿੱਥੇ ਔਰਤ ਮਰਦ ਕੋਲ ਜਾ ਰਹੀ ਆ, ਉਹ ਉਹਨਾਂ ਤੋਂ ਚੋਰੀ ਮਿਲ ਰਹੀ ਆ ਮਤਲਬ ਕਹਾਣੀ ਦੇ ਵਿੱਚ, ਤੇ ਉਹਨਾਂ ਦਾ ਮਤਲਬ
ਜਿਹੜਾ ਰਵਾਇਤੀ ਜਿਹਾ ਮਾਹੌਲ ਆ ਘਰ ਦੇ ਵਿੱਚ, ਜੀ। ਕਦੀ ਉਹਨਾਂ ਦੀ ਮੱਥੇ ਤੇ ਤਿਉੜੀ ਆਈ ਹੋਵੇ, ਸਾਡੇ ਨਾਲ ਬੜੇ ਖੁੱਲ੍ਹਦਿਲੀ ਨਾਲ ਗੱਲ ਤੁਸੀਂ ਕਰਨੀ ਹੈ। ਜੀ ਤੁਸੀਂ ਬਹੁਤ ਹੀ ਖੂਬਸੂਰਤ ਸਵਾਲ ਪੁੱਛਿਆ ਆ, ਔਰ ਤੁਸੀਂ ਬਿਲਕੁਲ ਵਾਜਿਬ ਤਰੀਕੇ ਨਾਲ ਇਹ ਗੱਲ ਕੀਤੀ ਹੈ ਕਿ ਇਹ ਸੱਚੀ ਮੁੱਚੀ ਇਸ ਤਰ੍ਹਾਂ ਹੁੰਦਾ ਆ ਸਾਡੇ ਸਮਾਜ ਦੇ ਵਿੱਚ। ਉਹਦੇ ਲਈ ਆਬਸਟੈਕਲਸ ਪਹਿਲਾਂ ਘਰ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ। ਪਤੀ ਉਹਦੀ ਹਰ ਇੱਕ ਲਿਖਤ ਦੇ ਉੱਤੇ, ਉਹਦੀ ਇੱਕ ਇੱਕ ਲਿਖੀ ਲਾਈਨ ਦੇ ਉੱਤੇ ਕਿੰਤੂ ਪਰੰਤੂ ਕਰਦਾ ਆ। ਪਰ ਵਿਸ਼ਾਲ ਜੀ, ਮੈਂ ਇਸ ਮਾਮਲੇ ਦੇ ਵਿੱਚ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਕੁਲਵੰਤ ਸਿੰਘ ਹੋਰੀ ਜਿਹੜੇ ਆ ਕਿ ਮੇਰੇ ਪਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ, ਮੈਂ ਕਿਸੇ ਕਿਸਮ ਦੀ ਵੀ ਕਹਾਣੀ ਲਿਖਾਂ, ਸਭ ਤੋਂ ਪਹਿਲੇ ਪਾਠਕ ਮੇਰੇ ਹਸਬੰਡ ਹੁੰਦੇ ਆ। ਸਭ ਤੋਂ ਪਹਿਲਾਂ ਉਹ ਕਹਾਣੀ ਪੜ੍ਹਦੇ ਆ, ਔਰ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਕਿ ਇੰਨੀ ਕੁ ਸੂਝ ਮੇਰੇ ਪਰਿਵਾਰ ਦੇ ਵਿੱਚ ਵਿਕਸਿਤ ਹੋ ਚੁੱਕੀ ਹੈ ਕਿ ਉਹਨਾਂ ਨੂੰ ਇਹ ਗੱਲ ਦੀ ਸਮਝ ਹੈਗੀ ਆ ਕਿ ਜੋ ਕੁਝ ਮੈਂ ਲਿਖ ਰਹੀ ਆ ਉਹ ਮੇਰਾ ਨਹੀਂ ਹੈ, ਮੇਰਾ ਨਿੱਜ ਨਹੀਂ ਹੈ, ਉਹ ਲੋਕਾਂ ਦੀ ਗੱਲ ਹੋ ਰਹੀ ਹੈ, ਉਹ ਲੋਕਾਂ ਦੀ ਸਮੱਸਿਆ ਦੀ ਗੱਲ ਹੋ ਰਹੀ ਹੈ। ਤੇ ਮੈਨੂੰ ਕਦੀ ਵੀ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਿਆ। ਮੇਰੇ ਘਰ ਦੇ ਵਿੱਚ ਜਿਸ ਤਰ੍ਹਾਂ ਕਿ ਮੇਰੇ ਹਸਬੰਡ ਹੈ, ਮੈਂ ਆ, ਮੇਰੇ ਕੋਲ ਤਕਰੀਬਨ ਹਰ ਰੋਜ਼ ਹੀ ਕੋਈ ਨਾ ਕੋਈ ਸਾਹਿਤਕਾਰ, ਮੇਲ ਹੈ ਫੀਮੇਲ ਹੈ, ਕੋਈ ਵੀ ਆਂਦੇ ਜਾਂਦੇ ਰਹਿੰਦੇ ਆ। ਕੋਈ ਇਸ ਤਰ੍ਹਾਂ ਦੀ ਬੰਦਿਸ਼ ਨਹੀਂ ਹੈ। ਮੈਂ ਕੀ ਲਿਖ ਰਹੀ ਹਾਂ, ਕਿਸ ਸਬਜੈਕਟ ਤੇ ਲਿਖ ਰਹੀ ਹਾਂ, ਉਹਦੇ ਉੱਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਹੈ ਮੇਰੇ ਹਸਬੰਡ ਵੱਲੋਂ, ਮੇਰੇ ਪਰਿਵਾਰ ਵੱਲੋਂ। ਔਰ ਮੇਰੇ ਬੱਚੇ ਮੇਰੀਆਂ ਲਿਖੀਆਂ ਕਹਾਣੀਆਂ ਪੜ੍ਹਦੇ ਆ। ਅਪਬ੍ਰਿੰਗਿੰਗ ਇਸ ਤਰ੍ਹਾਂ ਦੀ ਮੇਰੇ ਬੱਚਿਆਂ ਦੀ ਮੈਂ ਕੀਤੀ ਹੈ ਕਿ ਉਹਨਾਂ ਨੂੰ ਵੀ ਸਮਾਜ ਦੇ ਜਿਹੜੀ ਸੱਚਾਈਆਂ ਦੇ ਨਾਲ ਮੈਂ ਰੂਬਰੂ ਸ਼ੁਰੂ ਤੋਂ ਹੀ ਕਰਵਾਇਆ ਆ। ਤੇ ਹਸਬੰਡ ਦਾ ਹਮੇਸ਼ਾ ਸਾਥ ਰਿਹਾ ਹੈਗਾ ਆ। ਕਦੀ ਵੀ ਕਿਸੇ ਕਿਸਮ ਤੇ ਵੀ ਮੈਂ ਜਿਸ ਮਰਜ਼ੀ ਸਬਜੈਕਟ ਤੇ ਲਿਖਣਾ, ਉਹਨਾਂ ਨੇ ਕਦੀ ਮੇਰੀ ਇੱਕ ਲਾਈਨ ਕੀ ਇੱਕ ਸ਼ਬਦ ਵੀ ਨਹੀਂ ਕਟਵਾਇਆ ਮੇਰੇ ਕੋਲੋਂ ਕਿ ਇਹ ਨਾ ਲਿਖ, ਇਹ ਚੰਗਾ ਨਹੀਂ ਲੱਗਦਾ। ਉਹ ਸਮਝਦੇ ਹੈ ਕਿ ਜੋ ਤੈਨੂੰ ਚੰਗਾ ਲੱਗਦਾ ਹੈ, ਤੂੰ ਖੁਦ ਇਸ ਸਭ ਚੀਜ਼ ਲਈ ਤੇਰੀ ਜ਼ਿੰਮੇਵਾਰੀ ਹੈ, ਤੈਨੂੰ ਪਤਾ ਹੈ ਕਿ ਤੂੰ ਕੀ ਲਿਖਣਾ ਕੀ ਨਹੀਂ ਲਿਖਣਾ। ਤੇ ਮੈਨੂੰ ਇਸ ਤਰ੍ਹਾਂ ਦਾ ਕਦੀ ਕੋਈ ਵੀ ਪ੍ਰੋਬਲਮ ਜਿਹੜਾ ਦਾ ਸਾਹਮਣਾ ਨਹੀਂ ਕਰਨਾ ਪਿਆ। ਤ੍ਰਿਪਤਾ ਜੀ, ਮੇਰੇ ਦੋ ਸਵਾਲ ਇਕੱਠੇ ਨੇ ਇਸ ਵੇਲੇ। ਜੀ। ਜਿਸ ਤਰ੍ਹਾਂ ਆਪਣੇ ਤੁਸੀਂ ਪਤੀ ਜੀ ਦੀ ਗੱਲ ਕੀਤੀ ਕਿ ਮਤਲਬ ਤੁਹਾਡੇ ਰਿਸ਼ਤੇ ਬਾਰੇ ਤੁਸੀਂ ਗੱਲ ਕੀਤੀ ਵੀ ਕਿੰਨਾ ਖੂਬਸੂਰਤ ਰਿਸ਼ਤਾ ਹੈ। ਦੂਸਰਾ ਸਵਾਲ ਇਹ ਹੈ ਕਿ ਜਿੱਦਾਂ ਜੋ ਤੁਸੀਂ ਲਿਖ ਰਹੇ ਆ, ਸਮਾਜ ਵਿੱਚ ਔਰਤ ਮਰਦ ਵਿਚਰ ਰਿਹਾ, ਮਤਲਬ ਇੱਕ ਦ੍ਰਿਸ਼ ਬਣ ਰਿਹਾ ਕਿਸੇ ਕਨਸੈਪਟ ਨੂੰ ਲੈ ਕੇ, ਕਿਸੇ ਸਮੱਸਿਆ ਨੂੰ ਲੈ ਕੇ, ਕਿਸੇ ਰਿਸ਼ਤੇ ਨੂੰ ਲੈ ਕੇ, ਕਿਉਂਕਿ ਬਹੁਤ ਬਰੀਕ ਮਤਲਬ ਕਹਾਣੀਆਂ ਲਿਖੀਆਂ, ਮਤਲਬ ਇੱਕ ਸ਼ਬਦ ਦੇ ਪਿੱਛੇ ਕਿੰਨਾ ਓਲਾ ਹੁੰਦਾ, ਕਿੰਨਾ ਕੁਝ ਉਹਦੇ ਵਿੱਚ ਪਿਆ ਹੁੰਦਾ। ਨਿੱਕੀ ਜੀ ਗੱਲ ਦੇ ਵਿੱਚ ਕਿੰਨੀ ਵੱਡੀ ਫਿਲਮ ਪਈ ਹੋਈ ਆ, ਮਤਲਬ ਮੇਰੇ ਕਹਿਣ ਦਾ ਭਾਵ ਇਹ ਆ। ਤੇ ਜਿਹੜਾ ਤੁਹਾਡੇ ਆਪਣੇ ਪਤੀ ਨਾਲ ਰਿਸ਼ਤਾ, ਮਤਲਬ ਇੰਨਾ ਖੂਬਸੂਰਤ ਵਿਸ਼ਵਾਸ ਦਾ ਜਿਹੜਾ ਰਿਸ਼ਤਾ ਬਣਿਆ, ਇਹ ਕੁਲਵੰਤ ਸਿੰਘ ਨੂੰ ਤੁਸੀਂ ਕਿੱਥੋਂ ਲੱਭਿਆ ਕਿ ਉਹ ਵਰਕ ਕਰਦਿਆਂ ਲੱਭਿਆ? ਤੇ ਉਹ ਜਿਹੜੇ ਇੱਕ ਸਵਾਲ ਇਹ ਆ, ਦੂਜਾ ਕਿ ਉਹਨਾਂ ਪਾਠਕਾਂ ਤੱਕ ਤੁਹਾਡੀ ਪਹੁੰਚ ਮਤਲਬ ਕਿਸ ਤਰ੍ਹਾਂ ਹੁੰਦੀ ਹੈ? ਜੀ ਕੁਲਵੰਤ ਸਿੰਘ ਬਾਰੇ ਤੁਸੀਂ ਅਗਰ ਗੱਲ ਕਰਦੇ ਹੋ ਤੇ ਮੈਂ ਜਿੱਦਾਂ ਪਹਿਲਾਂ ਸ਼ੁਰੂ 'ਚ ਤੁਹਾਨੂੰ ਦੱਸਿਆ ਹੈ ਕਿ ਸਮਝਦੀ ਹਾਂ ਕਿ ਮੈਂ ਸਮੇਂ ਤੋਂ ਪਹਿਲਾਂ ਸੂਝਵਾਨ ਹੋ ਗਈ। ਤੇ ਤੁਸੀਂ ਹੈਰਾਨ ਹੋਵੋਗੇ ਕਿ 18 ਸਾਲ ਦੀ ਉਮਰ 'ਚ ਮੈਂ ਕੁਲਵੰਤ ਸਿੰਘ ਲੱਭ ਲਿਆ। 19ਵੇਂ ਸਾਲ ਦੀ ਉਮਰ 'ਚ ਮੈਂ ਵਿਆਹ ਕਰਵਾ ਲਿਆ। ਬਹੁਤ ਛੋਟੀ ਉਮਰ ਦੇ ਵਿੱਚ ਸਾਡੀ ਟਿਊਨਿੰਗ ਅੱਛੀ ਹੋ ਗਈ ਔਰ ਮੈਨੂੰ ਇਸ ਬੰਦੇ ਨੂੰ ਦੇਖ ਕੇ ਲੱਗ ਗਿਆ ਕਿ ਹਾਂ, ਇਹੀ ਉਹ ਬੰਦਾ ਹੈ ਜਿਹਦੀ ਮੈਨੂੰ ਤਲਾਸ਼ ਹੈ। ਤੇ ਔਰ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਜੋ ਫੈਸਲਾ ਕੀਤਾ ਉਹਦੇ ਤੇ ਮੇਰੀ ਮਾਂ ਨੇ ਵੀ ਫੁੱਲ ਚੜਾਏ। ਚਲੋ ਥੋੜੀਆਂ ਬਹੁਤ ਰਿਸ਼ਤੇਦਾਰੀਆਂ ਦੇ ਵਿੱਚ ਆਬਸਟੈਕਲਸ ਆਈਆਂ, ਰੁਕਾਵਟਾਂ ਪਈਆਂ, ਪਰ ਮੇਰਾ ਕੁਲਵੰਤ ਸਿੰਘ ਜੀ ਦੇ ਨਾਲ ਰਿਸ਼ਤਾ ਜੁੜ ਗਿਆ ਤੇ ਅੱਜ ਤੱਕ ਬਹੁਤ ਹੀ ਖੂਬਸੂਰਤ ਜਿਹੜਾ ਰਿਸ਼ਤਾ ਹੈ ਉਹ ਮੈਂ ਇੰਜੋਏ ਕਰ ਰਹੀ ਹਾਂ, ਨਿਭਾ ਰਹੀ ਹਾਂ, ਵਧੀਆ ਤਰੀਕੇ ਨਾਲ ਨਿਭਾ ਰਹੀ ਹਾਂ। ਤੇ ਬਾਕੀ ਪਾਠਕਾਂ ਦੀ ਗੱਲ ਹੈ, ਜੋ ਮੈਂ ਲਿਖਦੀ ਹੈਗੀ ਆ, ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਪਾਠਕ ਮੈਨੂੰ ਮੇਲ ਕਰਦੇ ਆ, ਫੋਨ ਕਰਦੇ ਆ, ਗੱਲਾਂ ਕਰਦੇ ਆ, ਕਹਾਣੀ ਬਾਰੇ ਗੱਲਾਂ ਕਰਦੇ ਆ, ਸਵਾਲ ਵੀ ਕਰਦੇ ਆ ਕਿ ਹਾਂ ਇਹ ਕਿਸ ਤਰ੍ਹਾਂ ਆ। ਮੇਰੀ ਦੂਸਰੀ ਜਾਂ ਤੀਸਰੀ ਕਹਾਣੀ ਸੀਗੀ, ਮੈਂ ਤੁਹਾਡੇ ਨਾਲ ਇੱਕ ਵਾਕਿਆ ਸਾਂਝਾ ਕਰਨਾ ਚਾਹੁੰਦੀ ਆ। ਉਹ ਕਹਾਣੀ ਸੀਗੀ ਸੁਪਨੇ ਜਿਉਂ ਸੰਸਾਰ, ਬੋਲਡ ਕਿਸਮ ਦੀ ਕਹਾਣੀ ਸੀਗੀ। ਉਹ ਇੱਕ ਉਸ ਔਰਤ ਦੀ ਕਹਾਣੀ ਸੀਗੀ ਜਿਹਦਾ ਵਿਆਹ ਦੀ ਉਮਰ ਲੰਘੀ ਜਾ ਰਹੀ ਹੈ, ਸਰਕਾਰੀ ਨੌਕਰੀ ਕਰਦੀ ਆ, ਪਰ ਪਿਓ ਜਿਹੜਾ ਆ ਉਹ ਉਹਦਾ ਵਿਆਹ ਨਹੀਂ ਕਰਨਾ ਚਾਹੁੰਦਾ। ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿ ਪੈਸੇ ਆ ਰਹੇ ਆ ਘਰ ਦੇ ਵਿੱਚ, ਪਰ ਉਹ ਲੜਕੀ ਦੀਆਂ ਜਿਹੜੀਆਂ ਕਿ ਫਿਜ਼ੀਕਲ ਨੀਡਸ ਆ ਉਹ ਬਿਲਕੁਲ ਸਾਡੀਆਂ ਕੁਦਰਤੀ ਆ।
ਹਾਂਜੀ ਉਹਨੂੰ ਤੁਸੀਂ ਨਹੀਂ ਰੋਕ ਸਕਦੇ ਜਾਂ ਕੁਝ ਵੀ ਹੈ, ਪਰ ਉਹ ਚਾਹੁੰਦੀ ਹੈ ਕਿ ਮੇਰਾ ਵਿਆਹ ਹੋ ਜਾਏ। ਇਸ ਤਰ੍ਹਾਂ ਦੀ ਕੁਝ ਗੱਲਬਾਤ ਹੁੰਦੀ ਹੈ ਉਸ ਕਹਾਣੀ ਦੇ ਵਿੱਚ ਕਿ ਉਹ ਸੁਪਨਾ ਲੈਂਦੀ ਹੈ ਕਿ ਉਹ ਕਿਸੇ ਮਰਦ ਦੇ ਸੰਪਰਕ ਵਿੱਚ ਹੈਗੀ ਆ ਤੇ ਵੀ ਉਹ ਇਸ ਤਰ੍ਹਾਂ ਆਪਣੇ ਆਪ ਨੂੰ ਸਵੈ ਸੰਤੁਸ਼ਟ ਕਰਦੀ ਹੈ। ਉਸ ਸਵੈ ਸੰਤੁਸ਼ਟੀ ਦੀ ਉਸ ਕਹਾਣੀ ਨੂੰ ਪੜ੍ਹ ਕੇ ਬਹੁਤ ਸਾਰੇ ਲੋਕਾਂ ਦੇ ਫੋਨ ਆਏ। ਪ੍ਰੇਮ ਪ੍ਰਕਾਸ਼ ਜੀ ਉਹਨਾਂ ਨੇ ਗੱਲ ਕੀਤੀ ਕਿ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਕਹਾਣੀ ਹੈ, ਛੋਟੀ ਜੀ ਕਹਾਣੀ ਹੈ ਪਰ ਬਹੁਤ ਬੋਲਡ ਵਿਸ਼ਾ ਆ ਵੀ ਅਸੀਂ ਇਸ ਤਰ੍ਹਾਂ ਦਾ ਕਦੀ ਵਿਸ਼ੇ ਤੇ ਸਬਜੈਕਟ ਤੇ ਕਦੀ ਕਹਾਣੀ ਪੜ੍ਹੀ ਨਹੀਂ ਹੈ ਔਰ ਤੂੰ ਨਿਭਾਇਆ। ਤੇ ਸਿਰਫ ਇਹ ਤ੍ਰਿਪਤਾ ਹੀ ਨਿਭਾ ਸਕਦੀ ਸੀਗੀ ਕਿ ਸ਼ਾਇਦ ਹੋਰ ਕੋਈ ਕਰਦਾ ਇਸ ਸਬਜੈਕਟ ਤੇ ਗੱਲ ਤਾਂ ਉਹ ਕੁਝ ਹੋਰ ਦੀ ਹੋਰ ਬਣ ਜਾਣੀ ਸੀਗੀ। ਪਰ ਫਿਰ ਵੀ ਮੈਨੂੰ ਬਹੁਤ ਸਾਰੀਆਂ ਮੇਲ ਕਾਲ ਫੋਨ ਆਏ ਕਿ ਹਾਂ ਮਤਲਬ ਕਿ ਕੁਝ ਗਲਤ ਆਨਸਰ ਵੀ ਹੁੰਦੇ ਆ ਤੇ ਲਾਈਕ ਇਸ ਤਰ੍ਹਾਂ ਹੁੰਦਾ ਆ ਜਦੋਂ ਅਸੀਂ ਲਿਖਦੇ ਆ। ਸਾਨੂੰ ਇਹ ਸਭ ਚੀਜ਼ਾਂ ਲਈ ਵੈਸੇ ਮੈਂਟਲੀ ਪ੍ਰਿਪੇਅਰ ਰਹਿਣਾ ਚਾਹੀਦਾ ਆ ਕਿ ਸਮਾਜ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਵੀ ਵਰਗ ਹੁੰਦਾ ਹੈ ਕਿ ਜਿਹੜਾ ਉਹ ਸਭ ਚੀਜ਼ਾਂ ਨੂੰ ਛੇਤੀ ਕਿਤੇ ਹਜ਼ਮ ਨਹੀਂ ਕਰਦਾ ਹੈਗਾ। ਸਮੱਸਿਆ ਮੂਲਕ ਕਹਾਣੀ ਸੀਗੀ ਉਹ ਤੇ ਉਹ ਸਮੱਸਿਆ ਦੇ ਤੌਰ ਤੇ ਹੀ ਪੇਸ਼ ਕੀਤੀ ਗਈ ਹੈ। ਵਿਸ਼ਾ ਕੋਈ ਵੀ ਹੋ ਸਕਦਾ ਹੈ, ਬੋਲਡ ਹੈ ਜਾਂ ਕਿਸ ਤਰ੍ਹਾਂ ਵੀ। ਅਸੀਂ ਬੋਲਡ ਵੀ ਅਸੀਂ ਕਹਿੰਦੇ ਹਾਂ, ਅਸੀਂ ਸਮੱਸਿਆ ਨੂੰ ਉਸ ਤਰੀਕੇ ਨਾਲ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਗਰ ਇੱਕ ਲੜਕੀ ਹੈ ਉਹਦੀਆਂ ਜਿਹੜੀਆਂ ਨੀਡਸ ਹੈਗੀਆਂ ਤੇ ਉਹਦੇ ਪ੍ਰਤੀ ਸਾਨੂੰ ਸੁਹਿਰਦਤਾ ਨਾਲ ਸੋਚਣਾ ਚਾਹੀਦਾ ਹੈ। ਲਾਈਕ ਇਸ ਤਰ੍ਹਾਂ ਚੀਜ਼ਾਂ ਹੁੰਦੀਆਂ। ਇੱਕ ਇਹਨਾਂ ਦੇ ਗੱਲਾਂ ਦੇ ਵਿੱਚੋਂ ਹੀ ਸਵਾਲ ਨਿਕਲਦਾ ਹੋਰ ਜੀ ਕਿ ਜਿਵੇਂ ਮਤਲਬ ਤੁਹਾਡੇ ਸਾਰਾ ਕੁਝ ਸਾਹਮਣੇ ਵਾਪਰਿਆ ਜੀ ਤੁਸੀਂ ਬਹੁਤ ਸੱਚ ਲਿਖਿਆ, ਬੋਲਡ ਲਿਖਿਆ ਜੀ ਉਹ ਲਿਖਣਾ ਵੀ ਚਾਹੀਦਾ ਸੀਗਾ ਤੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਵੱਖਰਾ ਤਾਂ ਹੀ ਕਰ ਪਾਓਗੇ ਐਵਰੇਜ ਸਾਹਿਤ ਦੇ ਵਿੱਚੋਂ, ਸਟੋਰੀਜ਼ ਦੇ ਵਿੱਚੋਂ ਕਿ ਤੁਸੀਂ ਵੱਖਰੀ ਕਿਸਮ ਦੀ ਗੱਲ ਕਰਦੇ ਆ। ਹੁਣ ਕੋਈ ਕਿਸੇ ਵੇਲੇ ਇਸ ਤਰ੍ਹਾਂ ਵੀ ਵਾਪਰਿਆ ਹੋਵੇ, ਇੱਕ ਵਿਸ਼ਾ ਤੁਹਾਡੇ ਸਾਹਮਣੇ ਆਇਆ ਹੋਵੇ ਤੇ ਉਹਨੂੰ ਛੋਹਦਿਆਂ ਜੀ ਮਤਲਬ ਔਰਤ ਬਾਰੇ, ਮਰਦ ਬਾਰੇ, ਰਿਸ਼ਤੇ ਬਾਰੇ ਹਨਾ ਸੁਆਣੀ ਤ੍ਰਿਪਤਾ ਕੇ ਸਿੰਘ ਚ ਵੜ ਗਈ ਹੋਵੇ ਤੇ ਕਹਾਣੀਕਾਰ ਨਿਕਲ ਗਈ ਹੋਵੇ ਤੇ ਉਸ ਵਿਸ਼ੇ ਨੂੰ ਹੱਥ ਨਾ ਪਾਇਆ ਹੋਵੇ, ਯਾਨੀ ਉਹਦੀ ਸਟੋਰੀ ਤੋਂ ਲੈ ਕੇ ਮਤਲਬ ਇੱਕ ਡਰ ਅੰਦਰ ਬਹਿ ਗਿਆ ਹੋਵੇ, ਇੱਕ ਤਰਬਕ ਅੰਦਰ ਬਹਿ ਗਿਆ ਹੋਵੇ ਕਿ ਮੇਰਾ ਘਰ, ਸਮਾਜ ਮਤਲਬ ਕੀ ਕਹਿਣਗੇ ਕਿ ਤ੍ਰਿਪਤਾ ਇਦਾਂ ਸੋਚਦੀ ਹੈ। ਕੋਈ ਇਸ ਤਰ੍ਹਾਂ ਦਾ ਵੀ ਕਦੀ ਵਾਪਰਿਆ ਕਿ ਜਿਹਦੇ ਕਰਕੇ ਤੁਸੀਂ ਕੁਝ ਕਹਾਣੀਆਂ ਨੂੰ ਪਰਾਂ ਕਰ ਦਿੱਤਾ ਹੋਵੇ ਜਾਂ ਲਿਖਣੋਂ ਰਹਿ ਗਈਆਂ ਹੁਣ ਕੁਝ ਕਹਾਣੀਆਂ? ਫ੍ਰੈਂਕਲੀ ਕਹਾਂ ਤਾਂ ਨਹੀਂ, ਇਸ ਤਰ੍ਹਾਂ ਨਹੀਂ ਹੈ। ਮੈਂ ਬਹੁਤ ਥੋੜੀਆਂ ਕਹਾਣੀਆਂ ਲਿਖੀਆਂ ਆ, ਤੁਸੀਂ ਪੜ੍ਹੀਆਂ ਆ ਔਰ ਮੈਂ ਜਿਨ੍ਹਾਂ ਸਬਜੈਕਟਸ ਦੇ ਉੱਤੇ ਗੱਲ ਕੀਤੀ ਹੈ ਉਹਨਾਂ ਸਬਜੈਕਟਸ ਦੇ ਉੱਤੇ ਅੱਜ ਤੋਂ ਪਹਿਲਾਂ ਕਦੀ ਕਿਸੇ ਵੀ ਔਰਤ ਕਹਾਣੀਕਾਰਾਂ ਨੇ ਗੱਲ ਨਹੀਂ ਸੀ ਕੀਤੀ। ਜੇ ਮੈਂ ਉਹ ਸਾਰੀਆਂ ਕਹਾਣੀਆਂ, ਉਹ ਸਾਰੇ ਵਿਸ਼ੇ ਨਿਭਾ ਸਕਦੀ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਜਦੋਂ ਮੈਂ ਕਹਾਣੀਕਾਰਾ ਹੁੰਨੀ ਆ, ਜਦੋਂ ਮੈਂ ਲੇਖਿਕਾ ਹੁੰਨੀ ਆ, ਉਦੋਂ ਮੈਂ ਫਿਰ ਸਿਰਫ ਲੇਖਿਕਾ ਹੁੰਨੀ ਆ। ਉਦੋਂ ਮੈਂ ਕੋਈ ਕਿਸੇ ਦੀ ਮੰਮੀ ਨਹੀਂ ਹੁੰਦੀ, ਕਿਸੇ ਦੀ ਪਤਨੀ ਨਹੀਂ ਹੁੰਦੀ, ਮੈਂ ਕੁਝ ਨਹੀਂ ਹੁੰਦੀ, ਮੈਂ ਸਿਰਫ ਉਦੋਂ ਲੇਖਿਕਾ ਹੁੰਨੀ ਆ। ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਸਬਜੈਕਟ ਹੋਵੇ ਜਿਹਨੇ ਸਮਾਜਿਕ ਦਬਾਅ ਕਰਕੇ ਮੈਂ ਉਹਨੂੰ ਨਾ ਛੋਇਆ ਹੋਵੇ। ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਮੈਂ ਜੋ ਸੋਚਦੀ ਆ, ਜੋ ਵਿਸ਼ਾ ਮੇਰੇ ਦਿਮਾਗ 'ਚ ਆਉਂਦਾ ਹੈ, ਮੈਂ ਉਹਨੂੰ ਲਿਖ ਸਕਦੀ ਹਾਂ। ਮੈਨੂੰ ਆਪਣੇ ਆਪ ਤੇ ਇੰਨਾ ਭਰੋਸਾ ਆ ਕਿ ਮੈਂ ਉਹਨੂੰ ਬਾਖੂਬੀ ਲਿਖ ਸਕਦੀ ਹਾਂ, ਵਧੀਆ ਤਰੀਕੇ ਨਾਲ ਲਿਖ ਸਕਦੀ ਹਾਂ, ਪੇਸ਼ ਕਰ ਸਕਦੀ ਹਾਂ। ਮੈਨੂੰ ਇਸ ਤਰ੍ਹਾਂ ਦਾ ਕਦੀ ਕੋਈ ਅੱਛਾ ਤ੍ਰਿਪਤਾ ਜੀ, ਤੁਸੀਂ PhD ਬਹੁਤ ਮਤਲਬ ਲੇਟ ਕੀਤੀ ਹੈ ਨਾ? ਚਲੋ ਇਹ ਤੁਹਾਡਾ ਕੋਈ ਵੱਡਾ ਸਵਾਲ ਨਹੀਂ ਹੈ ਕਿ ਤੁਸੀਂ PhD ਕਿਉਂ ਕੀਤੀ, ਪਰ ਸਵਾਲ ਇਹ ਹੈ ਕਿ ਗੁਰਦੇਵ ਸਿੰਘ ਰੁਪਾਣਾ ਨੂੰ ਤੁਸੀਂ ਚੁਣਿਆ PhD ਵਾਸਤੇ ਤੇ ਉਹਨਾਂ ਦੀ ਕਹਾਣੀ ਬਾਰੇ ਮਤਲਬ ਕਿਵੇਂ ਸੋਚਦੇ ਹੋ ਤੁਸੀਂ ਉਹਨਾਂ ਨੂੰ? ਤੇ ਹੋਰ ਜਿਹੜੇ ਗੁਰਦੇਵ ਸਿੰਘ ਰੁਪਾਣਾ ਦੀ ਤੁਸੀਂ PhD ਦਾ ਵਿਸ਼ਾ ਲਿਆ, ਜ਼ਰੂਰ ਕੁਝ ਕਾਰਨ ਰਹੇ ਹੋਣਗੇ ਤੇ ਹੋਰ ਜਿਹੜੇ ਪਸੰਦੀਦਾ ਕਹਾਣੀਕਾਰ ਹੋ ਤੁਹਾਡੇ ਉਹਨਾਂ ਦੇ ਨਾਮ ਵੀ ਅੱਜ ਤੁਸੀਂ ਲੈ ਦਿਓ ਸਾਡੇ ਸਾਹਮਣੇ। ਤੁਹਾਡੀ ਸੋਚ ਵਰਗੇ ਕਿਹੜੇ ਕਹਾਣੀਕਾਰ ਨੇ, ਗੁਰਦੇਵ ਰੁਪਾਣਾ ਨੂੰ ਕਿਉਂ ਚੁਣਿਆ? ਜੀ ਤਾਂ ਤੁਸੀਂ ਕਿਹਾ ਹੈ ਕਿ ਮੈਂ ਗੁਰਦੇਵ ਸਿੰਘ ਰੁਪਾਣਾ ਨੂੰ ਹੀ ਕਿਉਂ ਚੁਣਿਆ, ਤੇ ਮੈਨੂੰ ਇਦਾਂ ਮਹਿਸੂਸ ਹੋਇਆ ਜਦੋਂ ਮੈਂ ਉਹਨਾਂ ਦੀਆਂ ਕਹਾਣੀਆਂ ਪੜ੍ਹੀਆਂ ਕਿ ਜਿਸ ਤਰ੍ਹਾਂ ਮੈਂ ਇੱਕ ਸੂਖਮ ਸੋਚ ਰੱਖਦੀ ਹਾਂ, ਬਹੁਤ ਬਾਰੀਕ ਚੀਜ਼ਾਂ ਨੂੰ ਪਕੜਨ ਦੀ ਮਤਲਬ ਕਿ ਮੈਂ ਰੱਖਦੀ ਹਾਂ, ਤੇ ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਅੰਦਰੋਂ ਇਹ ਫੀਲ ਹੋਇਆ ਕਿ ਇਹ ਜਿਹੜੇ ਕਹਾਣੀ ਲਿਖਦੇ ਆ, ਮੈਂ ਤਾਂ ਨਹੀਂ ਕਹੂੰਗੀ ਕਿ ਮੇਰੇ ਵਰਗੀ ਲਿਖਦੇ ਆ, ਮੈਨੂੰ ਇਦਾਂ ਲੱਗਿਆ ਕਿ ਕਦੀ ਹੋਵੇ ਤਾਂ ਮੈਂ ਇਹਨਾਂ ਵਰਗੀ ਕਹਾਣੀ ਮੈਂ ਲਿਖਾਂ। ਤੇ ਉਹਨਾਂ ਨੂੰ ਨਿੱਠ ਕੇ ਪੜ੍ਹਿਆ ਮੈਂ, ਉਹਨਾਂ ਦੀਆਂ ਬਹੁਤ ਖੂਬਸੂਰਤ ਕਹਾਣੀਆਂ ਜਿਹੜੀਆਂ ਆ ਬਹੁਤ ਹੀ ਜ਼ਿਆਦਾ। ਆਮ ਤੌਰ ਤੇ ਗੁਰਦੇਵ ਸਿੰਘ ਰੁਪਾਣਾ ਨੂੰ ਰੋਟੀ, ਸ਼ੀਸ਼ਾ ਐਂਡ ਹਵਾ ਵਰਗੀਆਂ ਕਹਾਣੀਆਂ ਲਈ ਜਾਣਿਆ ਜਾਂਦਾ ਹੈ, ਪਰ ਜਦੋਂ ਤੁਸੀਂ ਉਹਨਾਂ ਨੂੰ ਸਾਰਾ ਪੜ੍ਹੋਗੇ ਤੇ ਤੁਸੀਂ ਮਹਿਸੂਸ ਕਰੋਗੇ ਕਿ ਇੱਕ ਟੋਟਾ ਔਰਤ ਹੈ। ਅਮ੍ਰਿਤਾ ਪ੍ਰੀਤਮ ਹੋਰਾਂ ਨੇ ਉਹਨਾਂ ਦੀ ਕਹਾਣੀ ਛਾਪੀ ਹੈ, ਇੰਨੀ ਖੂਬਸੂਰਤ ਕਹਾਣੀ ਹੈ। ਆਪਣੀ ਅੱਖ ਦਾ ਜਾਦੂ ਕਹਾਣੀ ਹੈ। ਕੋਟ ਮੇਰ ਸਿੰਘ ਵਾਲਾ ਇਤ ਪ੍ਰਵਾਸੀ ਵਰਗੀ ਕਹਾਣੀ ਕਦੀ ਵੀ
ਪੂਰੇ ਮੈਂ ਜਿੰਨਾ ਮੈਂ ਪੜਿਆ ਉਹਦੇ ਵਿੱਚ ਇੰਤ ਪ੍ਰਵਾਸੀ ਵਰਗੀ ਕਹਾਣੀ ਕਦੀ ਮੈਂ ਨਹੀਂ ਨਾ ਪੜ੍ਹੀ। ਉਹਨਾਂ ਮਤਲਬ ਉਹਦੀ ਲਿਖਤਾਂ ਦੇ ਸਿਖਰ ਚ ਨਾਵਲ ਗੋਰੀ ਨਾਵਲ ਬਹੁਤ ਖੂਬਸੂਰਤ ਗੋਰੀ ਨਾਵਲ, ਆਸੂ ਦਾ ਟੱਬਰ ਉਹਨਾਂ ਦਾ ਨਾਵਲ ਹੈ, ਸ਼੍ਰੀ ਪਾਰਵਾ ਉਹਨਾਂ ਦਾ, ਮਤਲਬ ਉਹਨਾਂ ਦੀਆਂ ਲਿਖਤਾਂ ਨੂੰ ਇਹਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਤਾਂ ਮੈਂ ਚੁਣਿਆ ਕਿ ਮੈਂ ਜਿਹੜਾ ਇਹ ਅਗਰ PhD ਕਰੂੰਗੀ ਤਾਂ ਗੁਰਦੇਵ ਸਿੰਘ ਰੁਪਾਣਾ ਦੀਆਂ ਕਹਾਣੀਆਂ ਤੇ ਕਰੂੰਗੀ। ਮੈਨੂੰ ਬਹੁਤ ਅੱਛਾ ਲੱਗਾ ਉਹਨਾਂ ਨੂੰ ਜਦੋਂ ਮੈਂ PhD ਕਰ ਰਹੀ ਸੀ, ਤੇ ਹੋਰ ਵੀ ਬਹੁਤ ਸਾਰੇ ਕਹਾਣੀਕਾਰਾਂ ਨੂੰ ਪੜ੍ਹਨ ਦਾ ਮੌਕਾ ਮੈਨੂੰ ਮਿਲਿਆ, ਕਿਉਂਕਿ ਅਗਰ ਜੇ ਤੇ PhD ਕਰਦੇ ਹੋ ਸਿਰਫ ਤੁਸੀਂ ਫਿਰ ਉਹਨਾਂ ਨੂੰ ਨਹੀਂ ਪੜ੍ਹਦੇ, ਉਹਨਾਂ ਦੇ ਸਮਕਾਲੀਨ ਜਿਹੜੇ ਹੈਗੇ ਉਹਨਾਂ ਨੂੰ ਪੜ੍ਹਦੇ ਹੋ। ਗੁਰਬਚਨ ਭੁੱਲਰ ਹੋਰਾਂ ਨੂੰ ਮੈਂ ਪੜ੍ਹਿਆ, ਬ੍ਰਹਮ ਸਿੰਘ ਸੰਧੂ ਹੋਰਾਂ ਨੂੰ ਪੜ੍ਹਿਆ, ਹੋਰ ਬਹੁਤ ਸਾਰੇ ਉਹਨਾਂ ਦੇ ਸਮਕਾਲੀ ਸੀਗੇ ਜਿਹੜੇ ਉਹਨਾਂ ਦੀਆਂ ਕਹਾਣੀਆਂ ਨਾਵਲ ਸਭ ਕੁਝ ਮੈਂ ਪੜ੍ਹਿਆ, ਤੇ ਮੈਨੂੰ ਲੱਗਾ ਕਿ ਮੈਨੂੰ ਇਹਨਾਂ ਤੇ ਕਰਨੀ ਚਾਹੀਦੀ ਹੈ, ਤਾਂ ਮੈਂ ਕੀਤਾ। ਤ੍ਰਿਪਤਾ ਜੀ, ਜਿਹੜੇ ਅੱਜ ਕਹਾਣੀ ਲਿਖੀ ਜਾ ਰਹੀ ਆ ਜੀ, ਕਿਹੜੇ ਤੁਹਾਡੇ ਪਸੰਦ ਦੇ ਕਹਾਣੀਕਾਰ ਆ? ਬਹੁਤ ਸਾਰੇ ਹੈ, ਸਾਰਿਆਂ ਦੇ ਨਾਮ ਹੋ ਸਕਦਾ ਮੈਂ ਇੱਥੇ ਨਾ ਲੈ ਪਾਵਾਂ। ਬਹੁਤ ਸਾਰੇ ਕਹਾਣੀਕਾਰ ਹੈ, ਜਿਸ ਤਰ੍ਹਾਂ ਜੇ ਔਰਤ ਕਹਾਣੀਕਾਰਾਂ ਦੀ ਆਪਾਂ ਗੱਲ ਕਰੀਏ, ਸਰਗੀ ਨੂੰ ਮੈਂ ਬਹੁਤ ਪਸੰਦ ਕਰਦੀ, ਉਹਨਾਂ ਦੀ ਕਹਾਣੀ ਨੂੰ ਬਹੁਤ ਅੱਛੀ ਕਹਾਣੀ ਲਿਖ ਰਹੇ ਹੈ ਸਰਗੀ। ਦੀਪਤੀ ਬਬੂਟਾ ਜੀ ਹੋਰੀ ਬਹੁਤ ਸੋਹਣੀ ਕਹਾਣੀ ਲਿਖਦੇ ਆ, ਸੁੰਦਰ ਰਚਨਾਵਾਂ ਕੀਤੀਆਂ। ਅਰਵਿੰਦਰ ਧਾਲੀਵਾਲ ਨਵੇਂ ਸਬਜੈਕਟਸ ਦੇ ਨਾਲ ਕਹਾਣੀ ਲਿਖ ਰਿਹਾ। ਹੁਣੇ ਰੀਸੈਂਟਲੀ ਵਿਪਨ ਗਿੱਲ ਹੋਰਾਂ ਦੀਆਂ ਵੀ ਮੈਂ 1-2 ਕਹਾਣੀਆਂ ਪੜ੍ਹੀਆਂ, ਬਹੁਤ ਅੱਛੀਆਂ ਲੱਗੀਆਂ। ਸੋ ਮੇਲ ਅਗਰ ਦੀ ਗੱਲ ਕਰਦੇ ਹਾਂ ਤੇ ਜਤਿੰਦਰ ਹਾਂਸ ਬਹੁਤ ਅੱਛੀ ਕਹਾਣੀ ਲਿਖ ਰਹੇ ਹੈ, ਜਸਵੀਰ ਰਾਣਾ ਜੀ ਲਿਖ ਰਹੇ, ਗੁਰਮੀਤ ਕੜਿਆਲਵੀ ਜੀ ਕਹਾਣੀ ਅੱਛੀ ਲਿਖ ਰਹੇ ਹੈਗੇ ਆ, ਔਰ ਕਾਲੀ ਹੋਰਾਂ ਨੇ ਬਹੁਤ ਸੋਹਣੀਆਂ ਕਹਾਣੀਆਂ ਲਿਖੀਆਂ, ਭਗਵੰਤ ਰਸੂਲਪੁਰੀ ਹੋਰਾਂ ਨੇ ਸੁੰਦਰ ਕਹਾਣੀਆਂ ਲਿਖੀਆਂ ਹੈਗੀਆਂ। ਅੱਛਾ ਲਿਖ ਰਹੇ ਸਾਰੇ, ਹੋਰ ਵੀ ਬਹੁਤ ਸਾਰੇ ਨਾਮ ਹੈਗੇ ਆ ਜਿਹੜੇ ਸ਼ਾਇਦ ਮੈਨੂੰ ਇੱਕਦਮ ਨਹੀਂ ਯਾਦ ਆ ਰਹੇ ਹੈਗੇ। ਤਾਂ ਸੋਹਣੀਆਂ ਕਹਾਣੀਆਂ ਜਿਹੜੀ ਅੱਜ ਕੱਲ੍ਹ ਸਾਡੀ ਨਵੇਂ ਸਬਜੈਕਟਸ ਦੇ ਨਾਲ ਉਹ ਅਣਛੋਏ ਵਿਸ਼ੇ ਜਿਨ੍ਹਾਂ ਤੇ ਨਹੀਂ ਗੱਲਾਂ ਹੋਈਆਂ ਹੈਗੀਆਂ ਉਹਨਾਂ ਤੇ ਵੀ ਗੱਲ ਹੋ ਰਹੀ ਹੈ, ਤੇ ਬਹੁਤ ਅੱਛੀ ਜਾ ਰਹੀ ਹੈ ਪੰਜਾਬੀ ਕਹਾਣੀ, ਅੱਗੇ ਤੱਕ ਜਾਏਗੀ। ਬਹੁਤ ਖੂਬਸੂਰਤ ਮੋੜ ਤੇ ਖੜੀ ਹੈ ਪੰਜਾਬੀ ਕਹਾਣੀ, ਬਹੁਤ ਵਧੀਆ ਕਹਾਣੀਆਂ ਜਿਹੜੀਆਂ ਆ ਉਹ ਲਿਖੀਆਂ ਜਾ ਰਹੀਆਂ ਆ, ਨਵੇਂ ਸਬਜੈਕਟਸ ਜਿਹੜੇ ਹੈਗੇ ਆ ਉਹਨਾਂ ਨੂੰ ਚੋਇਆ ਜਾ ਰਿਹਾ ਹੈਗਾ ਆ, ਅੱਛਾ ਜਾ ਰਿਹਾ। ਅੱਛਾ ਤ੍ਰਿਪਤਾ ਜੀ, ਇੱਕ ਗੱਲ ਹੋਰ, ਕਿਉਂਕਿ ਮੈਂ ਖੁਦ ਤੁਹਾਡੀ ਕਹਾਣੀਆਂ ਦਾ ਪਾਠਕ ਹਾਂ, ਨਿੱਠ ਕੇ ਪੜ੍ਹਦਾ ਇਹ ਕਹਾਣੀਆਂ। ਮੈਂ ਤੁਹਾਨੂੰ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਮੈਂ ਲਿਖਦਾ ਕਵਿਤਾ ਵਾਂ, ਪਾਠਕ ਮੈਂ ਕਹਾਣੀ ਦਾ ਵਾਂ, ਬਹੁਤ ਜ਼ਿਆਦਾ ਕਹਾਣੀ, ਚੰਗੀ ਕਹਾਣੀ ਦਾ ਮੈਂ ਸ਼ੁਦਾਈ ਹਾਂ, ਜਸਵੀਰ ਰਾਣੇ ਦਾ ਮੈਂ ਸ਼ੁਦਾਈ ਹਾਂ। ਇਹ ਤੁਹਾਡੀ ਕਹਾਣੀ ਦੇ ਅੰਦਰ ਵੀ ਤੇ ਬਾਹਰ ਵੀ ਜੀ ਜਿਹੜੀ ਕਹਾਣੀ ਆ ਨਾ ਉਹ ਮਰਦ ਨੂੰ ਡਰਾਉਂਦੀ ਆ ਕਿਤੇ ਨਾ ਕਿਤੇ। ਇਹ ਸਾਰਾ ਕੁਝ ਸੁਭਾਵਿਕ ਹੈਗਾ ਕਿ ਕਸੀਦਿਆ ਹੁੰਦਿਆ ਸਾਰਾ ਕੁਝ? ਮਤਲਬ ਇਹ ਡਰ ਜਿਹੜੇ ਆ ਨਾ, ਇਹ ਡਰ ਐਕਚੁਅਲੀ ਜਦੋਂ ਤੱਕ ਔਰਤ ਚੁੱਪ ਰਹਿੰਦੀ ਹੈ, ਜਦੋਂ ਤੱਕ ਔਰਤ ਆਪਣੇ ਹੱਕਾਂ ਦੇ ਪ੍ਰਤੀ ਆਵਾਜ਼ ਬੁਲੰਦ ਨਹੀਂ ਕਰਦੀ, ਉਦੋਂ ਤੱਕ ਮਰਦ ਖੁਸ਼ ਆ। ਸਾਡੇ ਸਮਾਜ, ਜਿਸ ਸਮਾਜ ਅਸੀਂ ਰਹਿੰਦੇ ਆ, ਉਦੋਂ ਤੱਕ ਉਹ ਖੁਸ਼ ਆ। ਜਦੋਂ ਔਰਤ ਆਪਣੇ ਹੱਕਾਂ ਲਈ ਜਾਗਰੂਕ ਹੋ ਰਹੀ ਹੈ, ਥੋੜੀ ਜਿਹੀ ਵੀ ਜਾਗਰੂਕ ਹੋ ਰਹੀ ਹੈ, ਤੇ ਉਹ ਮਰਦ ਨੂੰ ਕਿਤੇ ਨਾ ਕਿਤੇ ਡਰਾਉਂਦੀ ਆ, ਉਹਦੀ ਸੱਤਾ ਹਿਲਦੀ ਨਜ਼ਰ ਆਉਂਦੀ ਆ ਉਹਨੂੰ। ਉਹ ਡਰ ਇਸ ਚੀਜ਼ ਦਾ ਆ, ਤੇ ਉਹ ਜਦੋਂ ਵੀ ਕਿਤੇ ਔਰਤ ਆਵਾਜ਼ ਬੁਲੰਦ ਕਰਦੀ ਹੈ, ਤੇ ਉਹ ਭਾਵੇਂ ਕਹਾਣੀ ਦੇ ਅੰਦਰ ਹੈ ਤੇ ਚਾਹੇ ਕਹਾਣੀ ਦੇ ਬਾਹਰ ਹੈ, ਉਹ ਮਰਦ ਨੂੰ ਹਮੇਸ਼ਾ ਹੀ ਉਸ ਚੀਜ਼ ਦਾ ਡਰ ਸਤਾਉਂਦਾ ਹੈ ਕਿ ਇਹ ਕੀ ਹੋਣ ਲੱਗ ਪਿਆ। ਉਹ ਇਹ ਡਰ ਇਹੀ ਹੈ, ਇਹ ਡਰ ਮਰਦ ਦੇ ਅੰਦਰਲਾ ਡਰ ਹੈ ਕਿ ਜਦੋਂ ਉਹਨੂੰ ਆਪਣੀ ਸੱਤਾ ਖੁੱਸਦੀ ਨਜ਼ਰ ਆਉਂਦੀ ਆ, ਤਾਂ ਉਦੋਂ ਇਹ ਪ੍ਰੋਬਲਮਸ ਜਿਹੜੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦੀਆਂ ਆ। ਹੁਣ ਅੱਜ ਦੇ ਦਿਨ 'ਚ ਜਦੋਂ ਔਰਤ ਜਦੋਂ ਸਵੈ ਦੀ ਤਲਾਸ਼ ਕਰਦੀ ਹੈ, ਮੇਰੀ ਕਹਾਣੀ ਇੱਕ ਦਿਨ ਹੈ, ਇੱਕ ਦਿਨ ਦੇ ਵਿੱਚ ਦੇਖੋ ਤੁਸੀਂ, ਉਹ ਘਰੋਂ ਵੀ ਅੱਛੀ ਹੈ, ਘਰ ਅੱਛਾ ਆ, ਕੋਈ ਪ੍ਰੋਬਲਮ ਨਹੀਂ ਹੈ, ਹਰ ਇੱਕ ਚੀਜ਼ ਉਪਲਬਧ ਹੈ, ਸਾਰਾ ਕੁਝ ਮਿਲ ਰਿਹਾ ਹੈ, ਹਸਬੈਂਡ ਦੀ ਅੱਛੀ ਨੌਕਰੀ ਹੈ, ਬੱਚੇ ਆ, ਘਰ ਪਰਿਵਾਰ ਆ, ਤੇ ਆਮ ਤੌਰ ਤੇ ਲੋਕ ਕਹਿੰਦੇ ਆ ਕਿ ਇਹਨੂੰ ਕੀ ਚਾਹੀਦਾ ਹੁਣ ਹੋਰ, ਉਹਨੂੰ ਆਪਣੀ ਹੋਂਦ ਦੀ ਉਹ ਤਲਾਸ਼ ਚਾਹੀਦੀ ਆ, ਉਹਨੂੰ ਚਾਹੀਦਾ ਹੈ ਆਪਣੀ ਆਇਡੈਂਟੀਟੀ, ਮੈਂ ਵੀ ਕੁਝ ਹੈਗੀ ਆ। ਜਦੋਂ ਉਹ ਕਹਿੰਦੀ ਹੈ ਕਿ ਹਾਂ, ਤੇ ਬਾਅਦ ਵਿੱਚ ਤਾਂ ਵੀ ਉਹਦੀ ਚਿੱਠੀ ਨੂੰ ਮਰੋੜਿਆ ਜਾਂਦਾ ਹੈ। ਮੰਨਦਾ ਨਹੀਂ ਹੈ ਮਰਦ ਕਿ ਇਹ ਵੀ ਕੋਈ ਮੰਗਾਂ ਚੋਂ ਮੰਗ ਹੈ ਕਿ ਮੈਨੂੰ ਇੱਕ ਦਿਨ ਚਾਹੀਦਾ ਹੈ। ਉਹ ਇੱਕ ਦਿਨ ਦੇਣ ਲਈ ਤਿਆਰ ਨਹੀਂ ਆ, ਉਹ ਇੱਕ ਦਿਨ ਨਾ ਦੇਣਾ ਹੀ ਉਹ ਜਿਹੜਾ ਡਰ ਹੈਗਾ ਆ ਮਰਦ ਦੇ ਮਨ ਦੇ ਵਿੱਚ ਬੈਠਾ ਹੋਇਆ, ਉਹ ਡਰਾਉਂਦਾ ਹੈ ਵੀ ਔਰਤ ਅੱਜ ਇੱਕ ਦਿਨ ਮੰਗ ਰਹੀ ਹੈ। ਤੇ ਜਿਹੜਾ ਇੱਕ ਦਿਨ ਮੰਗਣਾ ਹੈਗਾ ਆ, ਉਹ ਮਰਦ ਦੇ ਕਿਤੇ ਨਾ ਕਿਤੇ ਉਹ ਚੋਟ ਕਰ ਰਿਹਾ ਹੈ। ਤੁਹਾਡਾ ਬਹੁਤ ਮਤਲਬ ਖੁੱਲ੍ਹ ਕੇ ਤੇ ਬੜਾ ਖੂਬਸੂਰਤ ਜਵਾਬ ਦਿੱਤਾ, ਤੇ ਮੈਨੂੰ ਖੁਦ ਮਹਿਸੂਸ ਹੋਣ ਲੱਗ ਪਿਆ ਵੀ ਇਹ ਜਿਹੜਾ ਸਵਾਲ ਮੇਰੇ ਹੀ ਡਰ ਚੋਂ ਪੈਦਾ ਹੋਇਆ, ਇੱਕਦਮ ਮੇਰੇ ਦਿਮਾਗ 'ਚ ਆਇਆ। ਅੱਛਾ ਤ੍ਰਿਪਤਾ ਜੀ, ਔਰਤ ਕਹਾਣੀਕਾਰਾਂ ਦਾ ਪੰਜਾਬੀ ਕਹਾਣੀਕਾਰ ਦੇ ਵਿੱਚ ਕਿੰਨਾ ਕੁ ਦਖਲ ਵਾ ਤੇ ਕਿੰਨਾ ਕੁ ਵੱਡਾ ਯੋਗਦਾਨ ਆ? ਮਤਲਬ ਇਹ ਪੰਜਾਬੀ ਕਹਾਣੀ ਨੂੰ ਕਿੱਥੇ ਲੈ ਕੇ ਜਾ ਰਿਹਾ?
ਪਰ ਔਰਤ ਤੇ ਮਰਦ ਦੀ ਅਗਰ ਗੱਲ ਕਰੀਏ ਤੇ ਵੀ ਕਹਾਣੀ ਕਿੱਥੇ ਖੜੀ ਹੈਗੀ ਆ। ਪੰਜਾਬੀ ਕਹਾਣੀ ਦੇ ਵਿੱਚ ਬਹੁਤ ਘੱਟ ਔਰਤਾਂ ਜਿਹੜੀਆਂ ਕਹਾਣੀ ਲਿਖ ਰਹੀਆਂ ਆ, ਮਰਦਾਂ ਦੀ ਇੱਥੇ ਜ਼ਿਆਦਾ ਹੈਗੀ ਆ। ਤੇ ਕਵਿਤਾ ਦੇ ਮਾਮਲੇ ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਔਰਤ ਮਰਦ ਕਾਫੀ ਔਰਤਾਂ ਵੀ ਕਵਿਤਾ ਲਿਖ ਰਹੀਆਂ, ਕਾਫੀ ਮਰਦ ਵੀ ਲਿਖ ਰਹੇ ਆ, ਪਰ ਕਹਾਣੀ ਦੇ ਮਾਮਲੇ 'ਚ ਅਸੀਂ ਬਹੁਤ ਘੱਟ ਹੈਗੀਆਂ ਲਿਖਣ ਵਾਲੀਆਂ। ਪਰ ਜਿੰਨੀਆਂ ਕਿ ਵੀ ਹੈਗੀਆਂ ਆ ਬਹੁਤ ਅੱਛੀ ਕਹਾਣੀ ਲਿਖੀ ਜਾ ਰਹੀ ਹੈਗੀ ਆ, ਮਰਦ ਲੇਖਕਾਂ ਵੱਲੋਂ ਵੀ ਔਰਤ ਲੇਖਕਾਂ ਵੱਲੋਂ ਵੀ। ਕੋਈ ਉਹਦਾ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਹੈਗਾ ਕਿ ਔਰਤ ਵਧੀਆ ਕਹਾਣੀ ਲਿਖ ਰਹੀ ਹੈ ਜਾਂ ਮਰਦ ਵਧੀਆ ਕਹਾਣੀ ਲਿਖ ਰਿਹਾ, ਇਸ ਤਰ੍ਹਾਂ ਨਹੀਂ ਹੈ। ਬਹੁਤ ਉੱਚ ਪਾਏ ਦੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਆ, ਸਾਡੀਆਂ ਬਾਹਰ ਬੈਠੀਆਂ ਲੇਖਿਕਾਵਾਂ ਵੀ ਬਹੁਤ ਸੁੰਦਰ ਕਹਾਣੀਆਂ ਲਿਖ ਰਹੀਆਂ। ਗੁਰਮੀਤ ਪਨਾਗ ਹੋਰੀ ਬਹੁਤ ਸੁੰਦਰ ਕਹਾਣੀ ਲਿਖ ਰਹੇ ਹੈਗੇ ਆ, ਸੁਰਜੀਤ ਜੀ ਲਿਖ ਰਹੇ ਆ ਬਹੁਤ ਸੋਹਣੀਆਂ ਕਹਾਣੀਆਂ। ਜਤਿੰਦਰ ਰੰਧਾਵਾ ਲੜਕੀ, ਉਹਦੀ ਨਵੀਂ ਕਿਤਾਬ ਆਈ ਹੈ ਬਾਰੀ ਬਰਸੀ ਖੱਟਣ ਗਿਆ ਸੀ, ਬਹੁਤ ਸੁੰਦਰ ਕਹਾਣੀਆਂ ਲਿਖਦੀ ਹੈ। ਮੇਰੇ ਕਹਿਣ ਦਾ ਭਾਵ ਸੀਗਾ ਇਹ, ਅਸਲ ਦੇ ਵਿੱਚ ਮੇਰੇ ਸਵਾਲ ਦਾ ਵੀ ਮਤਲਬ ਇਹ ਸੀਗਾ ਕਿ ਜਿਹੜੀ ਔਰਤ ਹੈ ਮਤਲਬ ਉਹਨੂੰ ਬਹੁਤ ਸਾਰੀ ਖੁੱਲ੍ਹ ਮਿਲੀ ਹੋਈ ਤੁਹਾਡੀ ਕਹਾਣੀ ਦੇ ਵਿੱਚ ਜੀ, ਠੀਕ ਹੈ ਨਾ। ਜਿੱਦਾਂ ਪਹਿਲਾਂ ਆਪਾਂ ਹੋਰ ਕਹਾਣੀਕਾਰਾਂ ਦੇ ਹਵਾਲੇ ਨਾਲ ਗੱਲਾਂ ਕੀਤੀਆਂ ਵੀ ਉਹਦੀ ਔਰਤ ਜਿਹੜੀ ਹੈਗੀ ਇਸ ਤਰ੍ਹਾਂ ਵਾ, ਸਰਗੀ ਦੀ ਔਰਤ ਮਹਿਫੂਜ਼ ਆ, ਉਹਦੀ ਇਹ ਜਿਹੜੀ ਇੰਨੀ ਖੁੱਲ੍ਹ ਮਤਲਬ ਦਿੱਤੀ ਆ ਤੁਹਾਡੇ ਅੰਦਰ ਜ਼ੁਰਤ ਆ, ਇੰਨੀ ਜ਼ਿਆਦਾ ਜ਼ੁਰਤ ਇਕੱਠੀ ਕਰਨਾ, ਮਤਲਬ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇਹ ਜਿਹੜੀ ਜ਼ੁਰਤ ਹੈਗੀ ਆ ਉਹ ਸਾਰੇ ਮਾਹੌਲ ਚੋਂ ਹੀ ਉਤਪੰਨ ਹੋਈ ਹੈ। ਜਿੱਦਾਂ ਕਿ ਤੁਸੀਂ ਪਹਿਲਾਂ ਕਿਹਾ ਕਿ ਮੈਂ ਪਹਿਲਾਂ ਦੱਬੂ ਸੀਗੀ ਤੇ ਹੌਲੀ ਹੌਲੀ ਉਹ ਸਾਰੀ ਜ਼ੁਰਤ ਹੌਲੀ ਹੌਲੀ ਉਹ ਜਿਹੜੀ ਦੱਬੂਪੁਣਾ ਸੀਗਾ ਉਹ ਮੇਰੇ ਦਬੰਗਪੁਣੇ 'ਚ ਤਬਦੀਲ ਹੋ ਗਿਆ। ਤੇ ਉਸੇ ਸਭ ਚੀਜ਼ਾਂ 'ਚੋਂ ਹੀ ਜ਼ੁਰਤ ਨਿਕਲ ਕੇ ਆਈ ਆ ਕਿ ਮੈਂ ਆਪਣੀ ਗੱਲ ਜਿਹੜੀ ਹੈਗੀ ਆ ਪ੍ਰੋਪਰ ਤਰੀਕੇ ਦੇ ਨਾਲ ਆਪਣੀ ਰਚਨਾ ਦੇ ਵਿੱਚ ਲਿਆ ਕੇ ਆ ਸਕਾਂ ਸਾਹਮਣੇ, ਤੇ ਮੈਂ ਲਿਆਂਦੀ ਵੀ ਆ। ਤੁਹਾਡੇ ਨਾਲ ਇਸ ਤਰ੍ਹਾਂ ਦਾ ਕਦੀ ਵਾਪਰਿਆ ਹੋਵੇ ਵਾਕਿਆ ਕਿ ਉਸ ਔਰਤ, ਉਹ ਜਿਹੜੀ ਬੋਲਡ ਔਰਤ ਆ ਕਹਾਣੀ ਦੇ ਵਿੱਚ, ਤੇ ਉਹਨੇ ਕਹਾਣੀਕਾਰਾ ਤ੍ਰਿਪਤਾ ਕੇ ਸਿੰਘ ਚੋਂ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਤ੍ਰਿਪਤਾ ਨੂੰ ਹੀ ਉਹ ਪਾਤਰ ਬੋਲਡ ਸਮਝਿਆ ਹੋਵੇ? ਕੋਈ ਇਸ ਤਰ੍ਹਾਂ ਦਾ ਵਾਕਿਆ ਕੋਈ ਵਾਪਰਿਆ ਹੋਵੇ? ਮਹਿਫਲਾਂ 'ਚ ਵੀ ਜਾਂਦੇ ਆ ਤੁਸੀਂ, ਕਹਾਣੀ ਦਰਬਾਰਾਂ 'ਚ ਜਾਂਦੇ, ਯੂਨੀਵਰਸਿਟੀਆਂ 'ਚ ਜਾਂਦੇ, ਕਾਲਜਾਂ 'ਚ ਜਾਂਦੇ ਆ। ਜੀ ਜੀ ਜੀ, ਨਹੀਂ ਕਦੀ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰੀ। ਮੈਂ ਪਹਿਲਾਂ ਦੱਸਿਆ ਜਿਸ ਤਰ੍ਹਾਂ ਕਿ ਫੋਨ ਤੇ ਜਾਂ ਈਮੇਲ ਤੇ ਇੱਕ ਦੋ ਵਾਰੀ ਮੇਰੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਕਿ ਜਿਹਦੇ ਵਿੱਚ ਪਾਠਕ ਨੇ ਮੈਨੂੰ ਹੀ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਜਦ ਕਿ ਮੈਂ ਉਹਨਾਂ ਨੂੰ ਇਹ ਸਮਝਾਇਆ ਹੈ ਕਿ ਨਹੀਂ, ਇਹ ਮੈਂ ਨਹੀਂ ਹੈਗੀ, ਇਹ ਪਾਤਰ ਹੈ, ਇਹ ਪਾਤਰ ਐਕਟ ਕਰ ਰਿਹਾ ਜੋ ਕੁਝ ਕਰ ਰਿਹਾ, ਤ੍ਰਿਪਤਾ ਨਹੀਂ ਕਰ ਰਹੀ ਹੈਗੀ। ਤੇ ਜਦੋਂ ਤੁਸੀਂ ਕੁਝ ਕਿਸੇ ਵੀ ਬੋਲਡ ਸਬਜੈਕਟ ਤੇ ਜਦੋਂ ਕੁਝ ਲਿਖਦੇ ਹੋ ਤੇ ਸੁਭਾਵਿਕ ਹੈ ਕਿ ਕਈ ਵਾਰੀ ਉਸ ਪਾਤਰ ਦੇ ਵਿੱਚੋਂ ਲੇਖਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜਾ ਕਿ ਗਲਤ ਵਰਤਾਰਾ ਆ, ਨਹੀਂ ਹੋਣਾ ਚਾਹੀਦਾ ਏਦਾਂ। ਪਰ ਕਿਸੇ ਵੇਲੇ ਹੁੰਦਾ ਹੈ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਹੈ, ਬਹੁਤ ਤਰ੍ਹਾਂ ਦਾ। ਨਹੀਂ ਹਾਂ, ਇੱਥੇ ਵੇਖੋ ਮੇਰੀ ਗੱਲ ਸੁਣੋ, ਸਵਾਲ ਮੇਰਾ ਇਹ ਸਾਰੇ ਸਵਾਲਾਂ ਤੋਂ ਵੱਖਰਾ ਵਾ। ਉਸ ਬੋਲਡ ਔਰਤ ਦਾ ਸੁਭਾਅ, ਉਹਦੀਆਂ ਆਦਤਾਂ, ਤੇ ਉਹ ਬੋਲਡ ਔਰਤ ਕਦੀ ਤ੍ਰਿਪਤਾ ਕੇਸੇ ਦੇ ਅੰਦਰ ਵੀ ਪ੍ਰਵੇਸ਼ ਹੋਈ ਆ? ਮੈਂ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ। ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕਹਾਣੀ ਦੇ ਵਿੱਚ ਭਾਵੇਂ ਉਹ ਕੋਈ ਬਾਰੀਕ ਸੂਤਰ ਵੀ ਕਿਉਂ ਨਾ ਹੋਵੇ, ਕਿਤੇ ਨਾ ਕਿਤੇ ਜ਼ਰੂਰ ਉਹ ਮੇਰੇ ਮਨ ਦੀਆਂ ਗੱਲਾਂ ਵੀ ਕਿਤੇ ਨਾ ਕਿਤੇ ਹੁੰਦੀਆਂ ਆ। ਮੈਂ ਇਸ ਤੋਂ ਚੀਜ਼ ਤੋਂ ਮੁਨਕਰ ਨਹੀਂ ਹੈਗੀ ਵੀ ਜੇ ਮੈਂ ਸੋਚਦੀ ਆ ਕਿ ਔਰਤ ਨੂੰ ਇੰਨੀ ਕੁ ਖੁੱਲ੍ਹ ਮਿਲਣੀ ਚਾਹੀਦੀ ਆ, ਜੇ ਕੰਧ ਤੇ ਟੰਗਿਆ ਸਕੈਚ ਦੀ ਜਿਹੜੀ ਸ਼ਾਲੂ ਹੈਗੀ ਆ, ਜੋ ਦੋਸਤੀ ਕਰਨਾ ਚਾਹੁੰਦੀ ਆ, ਤਾਂ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਵੀ ਹੈਗੀ ਆ। ਪਰ ਫਿਰ ਵੀ ਮੈਨੂੰ ਪਤਾ ਹੈ ਕਿ ਕਿੱਦਾਂ, ਕਿੱਥੇ ਕਿੱਦਾਂ ਵਿਚਰਨਾ, ਕਿੱਦਾਂ ਨਹੀਂ ਹੈ। ਤੇ ਮੇਰੇ ਪਾਤਰ ਜੋ ਐਕਟ ਕਰਦੇ ਹੈਗੇ ਕਿਤੇ ਨਾ ਕਿਤੇ ਬਾਰੀਕ ਨੁਕਤਿਆਂ ਦੇ ਵਿੱਚ ਆਪਾਂ ਇਸ ਚੀਜ਼ ਤੋਂ ਕਦੀ ਵੀ ਮੁਨਕਰ ਨਹੀਂ ਹੋ ਸਕਦੇ ਹੈਗੇ ਕਿ ਵੀ ਨਹੀਂ, ਇਹ ਤਾਂ ਬਿਲਕੁਲ ਪਾਤਰਾਂ ਦੀ ਹੀ ਗੱਲ ਹੈ। ਆ ਜਾਂਦੀ ਹੈ ਗੱਲ ਲੇਖਕ ਦੀ ਵੀ। ਨਹੀਂ, ਜੇ ਮੰਨ ਲਓ ਮਤਲਬ ਕਿ ਸ਼ਾਲੂ ਆ ਜਾਂਦੀ ਆ ਜੀ, ਹੈ ਨਾ, ਤੇ ਕੀ ਉਹ ਸਾਰਾ ਕੁਝ ਮਤਲਬ ਕਰ ਪਾਓਗੇ? ਸ਼ਾਲੂ ਆ ਜਾਂਦੀ ਹੈ ਮਤਲਬ ਕਿ ਸ਼ਾਲੂ ਤ੍ਰਿਪਤਾ ਕੋਲ ਆ ਜਾਂਦੀ ਹੈ? ਜੀ, ਮੇਰੇ ਕੋਲ ਆ ਜਾਂਦੀ, ਮੇਰੇ ਅੰਦਰ ਆ ਜਾਂਦੀ ਹੈ, ਮੇਰੇ ਅੰਦਰ ਆ ਜਾਂਦੀ। ਦੇਖੋ ਸ਼ਾਲੂ ਤੇ ਬੜੇ ਸ਼ਾਨ ਦੇ ਨਾਲ ਫਿਰ ਦੋਸਤੀ ਵੀ ਨਿਭਾ ਗਈ ਹੈ ਤੇ ਆਪਣੇ ਘਰ ਵੀ ਵਾਪਸ ਜਾ ਰਹੀ ਹੈ। ਤੇ ਇਹ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ, ਕੋਈ ਵੀ ਕਰ ਸਕਦਾ ਹੈ ਇਸ ਤਰ੍ਹਾਂ। ਅੱਛਾ ਤ੍ਰਿਪਤਾ ਜੀ, ਇੱਕ ਗੱਲ ਹੋਰ, ਜ਼ਿੰਦਗੀ ਦੇ ਵਿੱਚ ਬੜੀਆਂ ਖੁਸ਼ੀ ਵਾਲੇ ਲਮਹੇ, ਗਮਾਂ ਵਾਲੇ ਲਮਹੇ ਆਉਂਦੇ ਆ, ਕੋਈ ਇਸ ਤਰ੍ਹਾਂ ਦੀ ਯਾਦ, ਇਸ ਤਰ੍ਹਾਂ ਦੀ ਕਹਾਣੀ ਦੇ ਵਿੱਚ ਪਾਤਰ ਜਾਂ ਕਹਾਣੀ ਦਾ ਵਾਕਿਆ ਕੋਈ, ਜਾਂ ਕੋਈ ਨਿੱਜੀ ਜ਼ਿੰਦਗੀ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਵਾਪਰਿਆ ਹੋਵੇ ਜਿਹਨੂੰ ਸੋਚ ਕੇ, ਯਾਦ ਕਰਕੇ ਇੱਕਦਮ ਉਦਾਸ ਹੋ ਜਾਂਦੇ ਹੋ? ਤੇ ਦੂਸਰਾ ਪਾਸਾ ਇਸ ਸਵਾਲ ਦਾ, ਇੱਕੋ ਹੀ ਗੱਲ 'ਚ ਦੋ ਸਵਾਲ ਪਏ ਨੇ ਕਿ ਕਿਸੇ ਲਮਹੇ ਨੂੰ ਯਾਦ ਕਰਕੇ ਬਹੁਤ ਸਾਰਾ ਖੁਸ਼ ਹੋ ਜਾਂਦੇ ਹੋ,
ਕੋਈ ਇਦਾਂ ਦੀ ਘਟਨਾ ਕਿ ਜਿਹੜੀ ਉਦਾਸੀ ਅਜੇ ਵੀ ਤੁਹਾਡੇ ਚੋਂ ਨਿਕਲਦੀ ਨਹੀਂ ਉਸ ਗੱਲ ਨੂੰ ਲੈ ਕੇ? ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਆ, ਹੋ ਸਕਦਾ ਕੁਝ ਇਸ ਤਰ੍ਹਾਂ ਦੀਆਂ ਉਦਾਸੀਆਂ ਮੇਰੇ ਅੰਦਰ ਹੋਣ ਜਿਹੜੀਆਂ ਹਾਲੇ ਤੱਕ ਮੇਰੀ ਕਹਾਣੀ ਦੇ ਵਿੱਚ ਆਈਆਂ ਹੀ ਨਾ ਹੋਣ। ਹਾਂ, ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਜਿਨ੍ਹਾਂ ਦੇ ਉੱਤੇ ਮੈਂ ਜੇ ਕੋਈ ਨੁਕਤੇ ਫੜੇ ਆ ਤੇ ਮੈਂ ਕਹਾਣੀ ਲਿਖੀ ਆ, ਉਹ ਮੈਨੂੰ ਚੀਜ਼ ਅੱਛੀ ਲੱਗਦੀ ਆ। ਕਦੀ ਆਮ ਤੌਰ ਤੇ ਮੇਰੀ ਕਹਾਣੀ ਜਿਹੜੀ ਆ ਕਦੀ ਘਟਨਾ ਪ੍ਰਧਾਨ ਨਹੀਂ ਹੁੰਦੀ ਹੈ, ਮੇਰੀ ਕਹਾਣੀ ਭਾਵਨਾ ਪ੍ਰਧਾਨ ਹੁੰਦੀ ਹੈ। ਪਰ ਇੱਕ ਕਹਾਣੀ ਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹਾਂਗੀ। ਮੇਰੀ ਕਹਾਣੀ ਸੀਗੀ ਇੱਕ ਸਦੀਵੀ ਪਲ, ਡਲਹੌਜ਼ੀ ਕਹਾਣੀ ਗੋਸ਼ਟੀ ਦੇ ਵਿੱਚ ਉਹ ਮੈਂ ਕਹਾਣੀ ਪੜ੍ਹੀ ਸੀਗੀ। ਚੌਥੀ ਕਹਾਣੀ ਸੀਗੀ ਉਹ, ਮੇਰੀ ਚੌਥੀ ਜਾਂ ਪੰਜਵੀਂ, ਤੇ ਬਹੁਤ ਅੱਛੀ ਭਰਪੂਰ ਚਰਚਾ ਹੋਈ ਸੀ। ਮਨਿੰਦਰ ਕਾਂਗ ਹੋਰਾਂ ਨੇ ਉਸ ਕਹਾਣੀ ਨੂੰ ਬਹੁਤ ਪਸੰਦ ਕੀਤਾ ਸੀਗਾ। ਡਾਕਟਰ ਰਜਨੀਸ਼ ਬਹਾਦਰ ਹੋਰੀ ਸੀਗੇ, ਉਹਨਾਂ ਨੇ ਉਹਨੂੰ ਕਹਾਣੀ ਨੂੰ ਬਹੁਤ ਸਲਾਹਿਆ ਸੀਗਾ। ਉਹ ਇੱਕ ਇਸ ਤਰ੍ਹਾਂ ਦੀ ਲੜਕੀ ਦੀ ਕਹਾਣੀ ਸੀਗੀ ਕਿ ਜਿਹੜੀ ਆਪਣੀ ਮਾਂ ਔਰ ਪਿਤਾ ਦੇ ਰਿਸ਼ਤੇ ਨੂੰ ਸਮਝਦੀ ਸੀਗੀ ਕਿ ਉਹਨਾਂ ਦਾ ਰਿਸ਼ਤਾ ਜਿਹੜਾ ਆ ਉਹ ਥੋੜਾ ਕੁੜੱਤਣ ਭਰਿਆ ਆ, ਤੇ ਪਿਤਾ ਦਾ ਬਹੁਤ ਦਾਬਾ ਸੀਗਾ, ਮਾਂ ਬਹੁਤ ਦੱਬੂ ਕਿਸਮ ਦੀ ਸੀਗੀ, ਤੇ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਮਰਦ ਆਉਂਦਾ ਹੈ ਤੇ ਆਮ ਤੌਰ ਤੇ ਲੜਕੀਆਂ ਇਹ ਚੀਜ਼ ਪਸੰਦ ਨਹੀਂ ਕਰਦੀਆਂ। ਪਰ ਉਸ ਕਹਾਣੀ ਦੇ ਵਿੱਚ ਇਹ ਜਿਹੜੀ ਉਹ ਲੜਕੀ ਹੈਗੀ ਆ ਉਹ ਆਪਣੀ ਮਾਂ ਦੇ ਦਰਦ ਨੂੰ ਸਮਝਦੀ ਆ, ਤੇ ਉਹ ਆਪਣੀ ਮਾਂ ਦੀ ਖੁਸ਼ੀ ਦੇ ਵਿੱਚ ਖੁਸ਼ ਹੁੰਦੀ ਹੈ ਕਿ ਮੇਰੀ ਮਾਂ ਨੇ ਵੀ ਜ਼ਿੰਦਗੀ ਦੇ ਵਿੱਚ ਕਦੀ ਇੱਕ ਜਿਹੜਾ ਪਲ ਹੈਗਾ ਆ ਉਹ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਇਆ ਆ, ਤੇ ਉਹ ਚਾਹੁੰਦੀ ਹੈ ਕਿ ਇਹ ਪਲ ਸਦੀਵੀ ਖੁਸ਼ੀ ਦਾ ਕਾਰਨ ਬਣੇ ਉਹਦੀ ਦਾ, ਤੇ ਉਹ ਉਹਨੂੰ ਆਪਣੀ ਮਾਂ ਨੂੰ ਰਿਲੈਕਸ ਕਰਦੀ ਆ ਆਪਣੇ ਢੰਗ ਨਾਲ, ਆਪਣੇ ਤਰੀਕੇ ਨਾਲ। ਇਹ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਹੈ, ਬਹੁਤ ਹੀ ਮੈਨੂੰ ਇਹ ਚੰਗੀ ਲੱਗਦੀ ਆ, ਤੇ ਜਦੋਂ ਵੀ ਮੈਂ ਇਸ ਕਹਾਣੀ ਬਾਰੇ ਸੋਚਦੀ ਆ ਤੇ ਮੈਨੂੰ ਅੰਦਰੋਂ ਖੁਸ਼ੀ ਮਹਿਸੂਸ ਹੁੰਦੀ ਆ। ਨਹੀਂ ਦੇਖੋ ਤ੍ਰਿਪਤਾ ਜੀ, ਇਹ ਬਹੁਤ ਵੱਡੀ ਗੱਲ ਆ ਕਿ ਜਿਸ ਰਿਸ਼ਤੇ ਦੀ ਤੁਸੀਂ ਗੱਲ ਕਰ ਰਹੇ ਤੇ ਉਹ ਸਮਾਜ ਉਹਦੇ ਵਿਰੋਧ ਵਿੱਚ ਖੜਾ, ਪਰ ਛੋਟੀ ਛੋਟੀ ਬਰੀਕ ਬਰੀਕ ਤੰਦਾਂ ਫੀਲਿੰਗ ਛੋਟੀਆਂ ਤੁਸੀਂ ਉਸ ਔਰਤ ਦੀ, ਉਸ ਬੱਚੇ ਦੀ ਖੁਸ਼ੀ ਦੇ ਨਾਲ ਖੜੇ ਹੋਏ ਆ, ਤੇ ਅਸੀਂ ਆਸ ਕਰਦੇ ਹਾਂ ਕਿ ਇਹੋ ਜਿਹੀਆਂ ਕਹਾਣੀਆਂ ਜਿਹੜੇ ਵਿਸ਼ੇ ਨਹੀਂ ਛੋਏ ਗਏ ਜਾਂ ਜਿਹੜੇ ਬੜੇ ਵਿਲੱਖਣ ਵਿਸ਼ੇ ਨੇ, ਹੋਰ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਇਦਾਂ ਦੀ ਲੈ ਕੇ ਆਓ। ਦੂਸਰੀ ਕਿਤਾਬ ਜਲਦੀ ਆਵੇ। ਤੇ ਜਾਂਦੇ ਜਾਂਦੇ ਆਪਾਂ ਇੱਕ ਗੱਲ ਹੋਰ ਕਰ ਲਈ, ਕੋਈ ਮੇਰੇ ਹੋ ਸਕਦਾ ਮੇਰੇ ਕੋਲੋਂ ਕੋਈ ਸਵਾਲ ਨਾ ਪੁੱਛਿਆ ਗਿਆ ਹੋਵੇ, ਤੇ ਤੁਸੀਂ ਜੋ ਤੁਹਾਡੇ ਮਨ ਵਿੱਚ ਆ ਜਾਂ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਆ ਤੇ ਸਾਡੇ ਪਾਠਕਾਂ ਨਾਲ ਸਾਂਝੀ ਕਰੋ ਤੁਸੀਂ ਆਪਣੇ ਮਨ ਦੀ ਗੱਲ। ਆਪਣੇ ਵੱਲੋਂ ਤੇ ਮੈਂ ਇਹੀ ਕਹਾਂਗੀ ਕਿ ਪੰਜਾਬੀ ਕਹਾਣੀ ਜਿਹੜੀ ਹੈਗੀ ਆ ਹੋਰ ਅੱਗੇ ਤੱਕ ਜਾਵੇ, ਅੱਛਾ ਲਿਖੋ, ਅੱਛਾ ਪੜ੍ਹੋ, ਤੇ ਤੁਸੀਂ ਏਦਾਂ ਹੀ ਸਾਨੂੰ ਬੁਲਾਉਂਦੇ ਰਹੋ, ਅਸੀਂ ਗੱਲਾਂ ਕਰਦੇ ਰਹੀਏ ਤੇ ਯਾਦ ਕਰਦੇ ਰਹੋ। ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇਸ ਪ੍ਰੋਗਰਾਮ 'ਚ ਬੁਲਾਇਆ। ਤ੍ਰਿਪਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਅੱਜ ਸਾਡੀ ਗੱਲਬਾਤ ਬਹੁਤ ਵਧੀਆ ਰਹੀ। ਜਿਹੜੀਆਂ ਗੱਲਾਂ ਕਹਾਣੀ ਬਾਰੇ ਸੀ ਉਹ ਹੋਣੀਆਂ ਚਾਹੀਦੀਆਂ, ਗਾਂ ਵੀ ਗੱਲ ਛਿੜਦੀ ਰਹੇਗੀ। ਡਾਇਲੌਗ ਚੱਲਦਾ ਹੈ ਤਾਂ ਕਹਾਣੀ ਚੱਲਦੀ ਹੈ, ਕਹਾਣੀ ਚੱਲਦੀ ਹੈ ਤੇ ਸੰਵਾਦ ਹੁੰਦਾ, ਡਾਇਲੌਗ ਹੁੰਦਾ, ਪਾਤਰਾਂ ਦੇ ਰੂਪ ਹੁੰਦੇ ਆ। ਇਹ ਸੰਵਾਦ ਜ਼ਰੂਰੀ। ਅੱਜ ਸੰਵਾਦ ਬਹੁਤ ਵਧੀਆ ਹੋਇਆ, ਗੱਲਬਾਤ ਹੋਈ, ਗੰਭੀਰ ਹੋਈ। ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਸਾਡੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ। ਬਹੁਤ ਸ਼ੁਕਰੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੰਬਰਾਂ ਦੇ ਸਰਨਾਮੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮਚ, ਤੁਸੀਂ ਬੁਲਾਇਆ। ਧੰਨਵਾਦ ਦੋਸਤੋ। ਇਹ ਸਨ ਤ੍ਰਿਪਤਾ ਕੇ ਸਿੰਘ, ਅੱਜ ਸਾਡੇ ਅੰਬਰਾਂ ਦੇ ਸਰਨਾਮੇ ਪ੍ਰੋਗਰਾਮ 'ਚ ਆਏ, ਜਿਨ੍ਹਾਂ ਨੇ ਪੰਜਾਬੀ ਕਹਾਣੀ ਦੇ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਅਗਲੇ ਐਪੀਸੋਡ 'ਚ ਅਸੀਂ ਫਿਰ ਕਿਸੇ ਵੱਖਰੀ ਪਰਸਨੈਲਿਟੀ ਨਾਲ ਮਿਲਦੇ ਹਾਂ। ਤਦ ਤੱਕ ਸਾਨੂੰ ਇਜਾਜ਼ਤ ਦਿਓ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।